ਰੇਚਲ ਮੈਥਿਊ ਕਹਾਣੀ ਤੁਸੀਂ ਸਾਰੇ ਜਾਣਦੇ ਹੋ। ਦੁਬਈ ਤੋਂ ਇੱਕ ਲੜਕੀ ਪੰਜਾਬ ਆਉਂਦੀ ਹੈ, ਉਹ ਆਉਂਦੀ ਹੈ ਇਨਸਾਫ ਲੈਣ ਦੇ ਲਈ। ਤਾਂ ਬੜੇ ਲੋਕਾਂ ਦੇ ਸਵਾਲ ਆ ਰਹੇ ਨੇ ਸਾਨੂੰ ਕਿ ਉਹ ਲੜਕੀ ਦਾ ਬਣਿਆ ਕੀ। ਉਹ ਸਭ ਕੁਝ ਅੱਜ ਆਪਾਂ ਜਾਣਾਂਗੇ। ਉਹ ਫਰਵਰੀ ਦੇ ਵਿੱਚ ਜਿਹੜਾ ਹੈ ਉਹ ਉਰੇ ਆ ਜਾਂਦੀ ਹੈ, ਤਕਰੀਬਨ 4 ਫਰਵਰੀ ਨੂੰ ਉਹ ਪੰਜਾਬ ਆਉਂਦੀ ਹੈ। ਉਹਦੇ ਜਿਹੜੇ ਮਾਤਾ ਪਿਤਾ ਆਏ ਸੀ, ਮੁੰਡੇ ਦੇ ਨਾਲ ਪਿੰਡ ਦਾ ਸਰਪੰਚ ਵੀ ਸੀ। ਕਿੰਨਾ ਕੁਛ ਉਹ ਲੋਕਾਂ ਦੇ ਵਿੱਚ ਬੁਰਾ ਭਲਾ ਬੋਲ ਕੇ ਗਏ ਨੇ, ਗਾਲਾਂ ਕੱਢ ਕੇ ਗਏ ਨੇ। ਲੜਕੀ ਬਾਅਦ ਕਹਿੰਦੇ ਰੋਂਦੇ ਰੋਂਦੇ ਜਿਹੜੀ ਹੈ ਉਹ ਆਪਣੇ ਹੋਟਲ ਚਲੀ ਗਈ ਔਰ ਉੱਥੇ ਤਕਰੀਬਨ ਮੇਰੇ ਖਿਆਲ 'ਚ 2 ਘੰਟਿਆਂ 'ਚ ਹੀ ਇਹ 6 ਤੋਂ 8 ਵਜੇ ਦੇ ਦਰਮਿਆਨ ਹੀ ਇਹ ਦੱਸਿਆ ਜਾ ਰਿਹਾ ਹੈ ਹੋਟਲ ਵੱਲੋਂ ਵੀ ਕਿ ਦਰਵਾਜ਼ਾ ਨਹੀਂ ਸੀ ਕੋਈ ਖੋਲ ਰਿਹਾ। ਫਿਰ ਉਹਨਾਂ ਨੇ ਦੇਖਿਆ ਕਿ ਅੱਗੇ ਪੱਖੇ ਦੇ ਨਾਲ ਜਿਹੜੀ ਸੀ ਉਹਨੇ ਲਟਕ ਕੇ ਜਿਹੜੀ ਕਰ ਲਈ ਸੀ। ਤੇ ਤੁਸੀਂ ਮਤਲਬ ਹੁਣ ਉਸ ਤੇ ਜਿਹੜੀ ਕਾਰਵਾਈ ਕੀਤੀ ਆ, ਉਹ ਕੀ ਕਾਰਵਾਈ ਹੋਈ ਆ, ਕਿਵੇਂ ਹੋਈ ਆ, ਕਦੋਂ ਹੋਈ ਆ? ਮੁਸ਼ਕਿਲਾਂ ਤੋਂ ਬਾਅਦ ਇਹ ਪਰਚਾ ਜਿਹੜਾ ਦਰਜ ਹੋਇਆ 306 IPC ਔਰ 34 ਧਾਰਾ ਲਾ ਕੇ ਮੁੰਡੇ ਦੇ ਉੱਤੇ ਔਰ ਮੁੰਡੇ ਦੇ ਮਾਪਿਓ ਦੇ ਉੱਤੇ, ਪੂਰੇ ਪਰਿਵਾਰ ਦੇ ਉੱਤੇ ਜਿਹੜਾ ਪਰਚਾ ਅਸੀਂ ਦਰਜ ਕਰਵਾਇਆ। ਜੇ ਅਸੀਂ ਇਹ ਸੋਚਦੇ ਕਿ ਸਾਡੀ ਕਮਿਊਨਿਟੀ ਦਾ ਮੁੰਡਾ ਹੈ, ਸਾਡੀ ਬਦਨਾਮੀ ਹੋਏਗੀ ਬਹੁਤ ਜ਼ਿਆਦਾ, ਅਸੀਂ ਇਹਦੇ ਤੇ ਕਾਰਵਾਈ ਨਹੀਂ ਕਰਨੀ। ਉਹ ਤਾਂ ਕ੍ਰਿਸਚੀਅਨ ਹੈ। ਜਿਹੜਾ ਨਿਆਂ ਹੁੰਦਾ ਹੈ ਕੋਈ ਵੀ, ਇਹ ਧਰਮ ਜਾਤੀ ਇਹਨਾਂ ਤੋਂ ਉੱਤੇ ਉੱਠ ਕੇ ਹੋਣਾ ਚਾਹੀਦਾ ਹੈ। ਉਹ ਇੰਟਰਵਿਊ ਇਹਦੇ ਮਦਰ ਨੇ ਵੀ ਦੇਖਿਆ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਹੈ ਕਿ ਮੈਨੂੰ ਨਹੀਂ ਸੀ ਪਤਾ ਮੇਰੀ ਲੜਕੀ ਦੀ ਆਹ ਕਹਾਣੀ। ਫਿਰ ਉਹਦੇ ਮਦਰ ਨੇ ਕਿਹਾ ਹੈ ਕਿ ਅਸੀਂ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਹਾਂ, ਮੇਰੀ ਬੇਟੀ ਨਾਲ ਇਨਸਾਫ ਨਹੀਂ ਹੋਇਆ ਔਰ ਮੈਂ ਨਹੀਂ ਬਖਸ਼ਣਾ ਨਹੀਂ ਹੈ ਅਸੀਂ ਦੋਸ਼ੀਆਂ ਨੂੰ। ਦਿੱਕਤ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਤੁਸੀਂ ਕਾਰਵਾਈ ਕਰਵਾਉਣ ਵਿੱਚ ਥੋੜੇ ਜਿਹਾ ਲੇਟ ਹੋ ਗਏ? ਹਾਲਾਂਕਿ ਉਹ ਲੜਕੀ ਤੁਹਾਡੇ ਕੋਲ 3 ਤੋਂ 4 ਵਾਰ ਆਈ ਆ, ਮਤਲਬ ਪਹਿਲਾਂ ਹੋ ਜਾਣੀ ਚਾਹੀਦੀ, ਹੋ ਸਕਦਾ ਵੀ ਉਹ ਵੀ ਬਚ ਜਾਂਦੀ। ਉਹ ਲੜਕੀ ਨੇ ਖੁਦ ਆਪਣੀ ਮਰਜ਼ੀ ਨਾਲ 15 ਦਿਨ ਦਾ ਸਮਾਂ ਦਿੱਤਾ ਸੀ ਕਿਉਂਕਿ ਉਸ ਮੁੰਡੇ ਨੂੰ ਦਿਲੋਂ ਪਿਆਰ ਕਰਦੀ ਸੀ। ਉਹਨੇ ਕਿਹਾ ਕਿ ਇਹ ਸਮਾਂ ਮੰਗ ਰਿਹਾ ਤੇ ਠੀਕ ਹੈ, ਮੈਨੂੰ ਸਮਾਂ ਦੇ ਦਿਓ। ਹੁਣ ਅੱਜ ਉਹਦੀ ਮਾਂ ਕਿੱਥੋਂ ਚੱਲ ਕੇ ਆਈ ਹੈ ਲਖਨਊ ਤੋਂ ਇਨਸਾਫ ਵਾਸਤੇ, ਔਰ ਉਹਦੀ ਕੁੜੀ ਵੀ ਇਨਸਾਫ ਲਈ ਇੱਥੇ ਆਈ ਸੀ। ਉਹ ਤੇ ਕੁਝ ਅਜਿਹੇ ਹਾਲਾਤ ਬਣ ਗਏ ਕਿ ਉਹ ਛੇਤੀ ਦਿਲ ਛੱਡ ਗਈ ਔਰ ਉਹ ਇਸੇ ਹੀ ਅੰਮ੍ਰਿਤਸਰ ਦੀ ਧਰਤੀ 'ਚ ਹੀ ਉਹਦਾ ਕ੍ਰੀਮੇਸ਼ਨ ਕੀਤਾ ਗਿਆ। ਉਹ ਇੱਥੇ ਹੀ ਦਫਨ ਹੋ ਗਈ। ਕੁੜੀ ਬਹੁਤ ਇੰਟੈਲੀਜੈਂਟ ਸੀ, ਬਹੁਤ ਪੜ੍ਹੀ ਲਿਖੀ ਔਰ ਇੰਨੀ ਉਹ ਮਤਲਬ ਸਮਾਜ ਸੇਵਾ ਦੇ ਕੰਮ ਵੀ ਬਹੁਤ ਕਰਦੀ ਸੀ। ਛੋਟੇ ਬੱਚੇ ਜਿਹੜੇ ਅਨਾਥ ਬੱਚੇ ਸੀ ਉਹਨਾਂ ਨੂੰ ਪੜ੍ਹਾਉਂਦੀ ਵੀ ਸੀ। ਤੁਹਾਡੇ ਘਰ ਵੀ ਧੀਆਂ ਨੇ, ਭੈਣਾਂ ਮਾਵਾਂ ਨੇ, ਮਾਂ ਤਾਂ ਸਾਰਿਆਂ ਕੋਲ ਹੁੰਦੀ ਹੈ। ਤੁਸੀਂ ਇਸ ਤਰੀਕੇ ਦੀਆਂ ਹਰਕਤਾਂ ਨਾ ਕਰੋ। ਇਹ ਨਹੀਂ ਹੈ ਕਿ ਇਹ ਬਾਹਰੋਂ ਆਈ ਤੇ ਇਹਦੇ ਨਾਲ ਇਹ ਹੋ ਰਿਹਾ ਹੈ। ਇੱਥੇ ਰਹਿੰਦੀਆਂ ਕੁੜੀਆਂ ਨਾਲ ਵੀ ਇਹ ਕੁਝ ਹੁੰਦਾ ਹੈ ਔਰ ਹਰ ਦਿਨ ਹੁੰਦਾ ਹੈ, ਹਰ ਜਗ੍ਹਾ ਹੀ ਹੁੰਦਾ ਹੈ। ਇਹਨਾਂ ਨੂੰ ਅਸੀਂ ਸਿੱਖ ਤਾਂ ਕਹਿ ਨਹੀਂ ਸਕਦੇ ਕਿਉਂਕਿ ਸਿੱਖ ਤਾਂ ਕਦੀ ਇਹ ਕੰਮ ਕਰਦੇ ਨਹੀਂ। ਔਰ ਅਜਿਹੇ ਲੋਕ ਜਿਹੜੇ ਸਿਰਫ ਮੰਨ ਲਓ ਕਿ ਕੇਸਾਧਾਰੀ ਲੋਕ ਨੇ, ਇਹ ਸਿੱਖ ਨਹੀਂ ਹੈ। ਇਸਲਾਮ ਦੇ ਵਿੱਚ ਦੇਖ ਲਓ, ਕਦੀ ਨਹੀਂ ਉਹ ਆਪਣੇ ਨੂੰ ਭੰਡਦੇ ਔਰ ਨਾ ਭੰਡਣ ਦਿੰਦੇ ਹੈ। ਇਹ ਕਿੰਨੀ ਸੋਹਣੀ ਚੀਜ਼ ਹੈ। ਔਰ ਕਿਸੇ ਹੋਰ ਰਿਲੀਜਨ 'ਚ ਵੀ ਦੇਖ ਲਓ, ਇਹ ਸਾਡੇ ਸਿੱਖਾਂ 'ਚ ਹੀ ਕਿਉਂ ਹੁੰਦਾ? ਤੁਸੀਂ ਸਿਰਫ ਟਿੱਪਣੀਆਂ ਕਰਨ ਜੋਗੇ ਹੋ, ਤੁਸੀਂ ਆ ਕੇ ਸੜਕਾਂ ਤੇ ਉਤਰੋ, ਫਿਰ ਤੁਸੀਂ ਪ੍ਰੋਟੈਸਟ ਕਰੋ, ਤੁਸੀਂ ਇਨਸਾਫ ਮੰਗੋ, ਸਾਡੇ ਨਾਲ ਆ ਕੇ ਖੜੋ। ਲੋਕਵਾਸ TV ਨਾਲ ਜੁੜੇ ਹੋ ਤੁਸੀਂ, ਮੈਂ ਹਿਮਤਾਜ। ਦੋਸਤੋ, ਰੇਚਲ ਮੈਥਿਊ ਕਹਾਣੀ ਤੁਸੀਂ ਸਾਰੇ ਜਾਣਦੇ ਹੋ। ਸਾਡੇ ਚੈਨਲ ਦੇ ਉੱਪਰ ਇੱਕ ਵੀਡੀਓ ਚੱਲਦੀ ਆ। ਦੁਬਈ ਤੋਂ ਇੱਕ ਲੜਕੀ ਪੰਜਾਬ ਆਉਂਦੀ ਆ, ਲਖਨਊ ਦੀ ਉਹ ਰਹਿਣ ਵਾਲੀ ਆ। ਉਹ ਆਉਂਦੀ ਹੈ ਇਨਸਾਫ ਲੈਣ ਦੇ ਲਈ। ਉਸ ਦੇ ਨਾਲ ਧੋਖਾ ਕੀਤਾ ਜਾਂਦਾ ਹੈ ਇੱਕ ਜਲੰਧਰ ਦੇ ਕੁੱਕੜ ਪਿੰਡ ਦੇ ਗੁਰਮਿੰਦਰ ਸਿੰਘ ਦੇ ਵੱਲੋਂ। ਤਾਂ ਬੜੇ ਲੋਕਾਂ ਦੇ ਸਵਾਲ ਆ ਰਹੇ ਨੇ ਸਾਨੂੰ ਕਿ ਉਹ ਲੜਕੀ ਦਾ ਬਣਿਆ ਕੀ, ਕਿ ਉਹਨੂੰ ਇਨਸਾਫ ਮਿਲਿਆ? ਪੰਜਾਬ ਦੇ ਬਾਰੇ ਬੜਾ ਕੁਝ ਗਲਤ ਬੋਲਿਆ ਗਿਆ। ਦੇਖੋ, ਸਾਡਾ ਮਕਸਦ ਸੀ ਉਸ ਨੂੰ ਇਨਸਾਫ ਦਿਵਾਉਣਾ, ਉਸ ਦੀ ਵੀਡੀਓ ਪਾਉਣਾ। ਸਾਡਾ ਕੋਈ ਪੰਜਾਬ ਦੀ ਛਵੀ ਖਰਾਬ ਕਰਨਾ ਨਹੀਂ ਸੀ। ਤਾਂ ਲੋਕਾਂ ਦੇ ਹੁਣ ਇਹ ਸਵਾਲ ਨੇ ਉਹਦਾ ਬਣਿਆ ਕੀ। ਉਹ ਸਭ ਕੁਝ ਅੱਜ ਆਪਾਂ ਜਾਣਾਂਗੇ। ਤੁਹਾਨੂੰ ਯਾਦ ਹੋਵੇਗਾ ਲੜਕੀ ਨੇ ਇੱਕ ਜ਼ਿਕਰ ਕੀਤਾ ਸੀ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਗਈ ਹਾਂ ਮੈਂ ਇਨਸਾਫ ਲੈਣ ਦੇ ਲਈ। ਤਾਂ ਹੁਣ ਆਪਾਂ ਗੱਲਬਾਤ ਕਰਾਂਗੇ ਜਿਨ੍ਹਾਂ ਕੋਲੇ ਗਈ ਸੀ। ਉਹ ਗਈ ਸੀ ਰੂਪ ਕੌਰ ਸੰਧੂ ਜੀ ਕੋਲੇ। ਉਹ ਸਾਡੇ ਅੱਜ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਜੀ? ਸਭ ਤੋਂ ਪਹਿਲਾਂ ਗੱਲ ਕਰੀਏ ਉਹ ਲੜਕੇ ਦੀ। ਤੁਹਾਡੇ ਕੋਲੇ ਉਹ ਲੜਕੀ ਕਦੋਂ ਆਉਂਦੀ ਹੈ ਜੀ? ਦੇਖੋ, ਉਹਨੇ ਜਨਵਰੀ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੱਕ ਈਮੇਲ ਕਰਿਆ ਸੀਗਾ ਕਿ ਮੇਰੀ ਬੇਨਤੀ ਹੈ, ਮੇਰੀ ਮਦਦ ਕੀਤੀ ਜਾਵੇ, ਮੈਂ ਬਹੁਤ ਪ੍ਰੋਬਲਮ 'ਚ ਹਾਂ। ਉਸ ਤੋਂ ਬਾਅਦ ਉਹ ਫਰਵਰੀ ਦੇ ਵਿੱਚ ਜਿਹੜਾ ਹੈ ਉਹ ਉਰੇ ਆ ਜਾਂਦੀ ਹੈ, ਤਕਰੀਬਨ 4 ਫਰਵਰੀ ਨੂੰ ਉਹ ਪੰਜਾਬ ਆਉਂਦੀ ਹੈ। ਉਸ ਤੋਂ ਬਾਅਦ ਉਹ ਜਾ ਕੇ ਗੱਲਬਾਤ ਕਰਦੀ ਹੈ, ਆਪਣੀ ਪ੍ਰੋਬਲਮ ਜਿਹੜੀ ਹੈ ਦੱਸਦੀ ਹੈ ਕਿ ਇਸ ਤਰੀਕੇ ਨਾਲ ਇੱਕ ਸਿੱਖ ਲੜਕਾ ਆ, ਗੁਰਮਿੰਦਰ ਸਿੰਘ ਉਹਦਾ ਨਾਮ ਹੈ, ਜਲੰਧਰ ਦਾ ਰਹਿਣ ਵਾਲਾ ਹੈ, ਤੇ ਉਹਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਹੈ, ਮੇਰੇ ਨਾਲ ਬਹੁਤ ਧੱਕਾ ਹੋਇਆ ਹੈ, ਮੈਨੂੰ ਮੇਰੀ ਮਦਦ ਕੀਤੀ ਜਾਵੇ, ਮੈਨੂੰ ਕਿਤੋਂ ਵੀ ਇਨਸਾਫ ਜਿਹੜਾ ਹੈ ਮੈਨੂੰ ਮਦਦ ਨਹੀਂ ਮਿਲ ਰਹੀ। ਉਸ ਤੋਂ ਬਾਅਦ ਆਪਣਾ ਜਥੇਦਾਰ ਸਾਹਿਬ ਨੇ ਉੱਥੋਂ ਇੱਕ 5 ਮੈਂਬਰੀ ਕਮੇਟੀ ਜਿਹੜੀ ਹੈ ਗਠਿਤ ਕੀਤੀ ਗਈ ਹੈ। ਉਹਨਾਂ ਦੇ ਕੋਆਰਡੀਨੇਟਰ ਸੀਗੇ ਆਪਣਾ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਜੀ, ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ।
ਉਹਨਾਂ ਵੱਲੋਂ ਬਾਅਦ 'ਚ ਇਹ ਜ਼ਿੰਮੇਵਾਰੀ ਜਿਹੜੀ ਹੈ ਮੈਨੂੰ ਸੌਂਪੀ ਗਈ ਬੀਇੰਗ ਅ ਵੂਮਨ ਕਿ ਤੁਸੀਂ ਨਾਲੇ ਇੱਕ ਤਾਂ ਉਹਦੀ ਕਾਉਂਸਲਿੰਗ ਕਰੋ ਕਿਉਂਕਿ ਉਹ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਸੀ ਲੜਕੀ। ਔਰ ਉਸ ਤੋਂ ਬਾਅਦ ਮੈਂ ਉਸ ਲੜਕੀ ਨੂੰ ਮਿਲੀ ਔਰ ਮੈਨੂੰ ਉਹਨੇ ਕਾਫੀ ਮਤਲਬ 2-3 ਘੰਟੇ ਉਹਨੇ ਮੇਰੇ ਨਾਲ ਗੱਲਾਂ ਕੀਤੀਆਂ ਨੇ ਜਿਸ ਦਿਨ ਮੈਨੂੰ ਪਹਿਲੇ ਦਿਨ ਮਿਲੀ ਹੈ। ਉਹਨੇ ਮੈਨੂੰ ਪੂਰੀ ਸਟੋਰੀ ਦੱਸੀ ਆਪਣੀ ਕਿ ਉਹ ਕਿਹੜੀ ਮਾਨਸਿਕ ਸਥਿਤੀ 'ਚੋਂ ਗੁਜ਼ਰ ਰਹੀ ਹੈ ਔਰ ਬਾਰ-ਬਾਰ ਉਹ ਇੱਕ ਹੀ ਗੱਲ ਕਰੀ ਜਾਂਦੀ ਸੀ ਕਿ ਮੈਂ ਸਿੱਖਾਂ ਦਾ ਜਿਹੜਾ ਰੁਤਬਾ ਹੈ, ਦਰਜਾ ਹੈ ਜਿਹੜਾ ਹੈ, ਮੈਂ ਬਹੁਤ ਉੱਚਾ ਸਮਝਦੀ ਸੀ। ਪਰ ਮੈਂ ਕਿਹਾ ਫਿਰ ਹੁਣ ਕੀ ਹੋ ਗਿਆ, ਸਾਰੇ ਸਿੱਖ ਇੱਕ ਜਿਹੇ ਤੇ ਨਹੀਂ ਹੁੰਦੇ। ਕਹਿੰਦੀ ਨਹੀਂ, ਮੈਨੂੰ ਐਂ ਲੱਗਦਾ ਹੈ ਕਿ ਮੈਂ ਗਲਤ ਸੀ, ਮੈਨੂੰ ਲੱਗਦਾ ਹੈ ਕਿ ਸਾਰੇ ਇੱਕੋ ਜਿਹੇ ਨੇ। ਇਹ ਲੜਕੀਆਂ ਜਿਹੜੀ ਕਹਾਵਤ ਤੁਸੀਂ ਕਹਿੰਦੇ ਹੋ ਵੀ ਕੋਈ ਸਰਦਾਰ ਹੋਵੇ ਕੋਈ ਸਿੱਖ ਹੋਵੇ ਲੜਕੀ ਉਹਦੇ ਕੋਲ ਸੇਫ ਹੈ, ਕਹਿੰਦੀ ਇਹ ਗੱਲ ਮੈਨੂੰ ਨਹੀਂ ਲੱਗਦੀ ਕਿ ਇਹ ਸੱਚ ਹੈ। ਪਰ ਜਦੋਂ ਨੇ ਇਸ ਤਰੀਕੇ ਦੇ ਹੋਰ ਬਹੁਤ ਕੁਝ ਉਹਨੇ ਮੈਨੂੰ ਕਿਹਾ, ਮੈਨੂੰ ਬੜਾ ਫੀਲ ਹੋਇਆ ਕਿ ਇਹ ਤਾਂ ਕਿਤੇ ਨਾ ਕਿਤੇ ਸਾਡੀ ਪੂਰੀ ਸਿੱਖ ਕੌਮ, ਸਾਡਾ ਇੰਨਾ ਮਹਾਨ ਇਤਿਹਾਸ ਹੈ ਜਿਹੜਾ ਅਸੀਂ ਹਰ ਜਗ੍ਹਾ ਤੇ ਆਪਣਾ ਦੱਸਦੇ ਹਾਂ, ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਤੱਕ ਅਸੀਂ ਸਿੱਖਾਂ ਨੇ, ਸਰਦਾਰਾਂ ਨੇ ਇੰਨੀਆਂ ਮੱਲਾਂ ਮਾਰੀਆਂ ਨੇ, ਇਹ ਤਾਂ ਸਾਡੀ ਇਮੇਜ ਹੀ ਬਹੁਤ ਖਰਾਬ ਜਾ ਰਹੀ ਹੈ। ਤੇ ਉਸ ਤੋਂ ਬਾਅਦ ਫਿਰ ਮੈਂ ਫੈਸਲਾ ਲਿਆ ਕਿ ਮੈਂ ਇਹਦੀ ਮਦਦ ਜਿਹੜੀ ਹੈ ਕਰਾਂਗੀ, ਇੱਕ ਔਰਤ ਹੋਣ ਦੇ ਨਾਤੇ ਵੀ ਕਰਾਂਗੀ ਕਿ ਇਸ ਤਰੀਕੇ ਨਾਲ ਕਿਸੇ ਨੂੰ ਵਿਆਹ ਦਾ ਝਾਂਸਾ ਦੇ ਕੇ ਉਹਦੇ ਨਾਲ ਉਹਦਾ ਜਿਸਮਾਨੀ ਸ਼ੋਸ਼ਣ ਕਰਨਾ, ਫਿਰ ਉਹਨੂੰ ਜੋ ਵੀ ਫਾਈਨੈਂਸ਼ੀਅਲੀ ਉਹਦੀ ਹੈਲਪ ਕਰਨੀ, ਮੁੰਡੇ ਦੀ ਉਹਦਾ ਮਤਲਬ ਉਧਰ ਸਾਰਾ ਖਰਚਾ ਵੀ ਉਹ ਚੁੱਕਦੀ ਸੀ, ਉਹਦੇ ਘਰ ਵੀ ਇੱਧਰ ਜਦੋਂ ਆ ਗਿਆ ਪੈਸੇ ਭੇਜਦੀ ਰਹੀ ਹੈ, ਹੋਰ ਕਈ ਗਿਫਟਸ ਵਗੈਰਾ ਮਹਿੰਗੇ ਉਹ ਸਾਰਾ ਕੁਝ ਉਹ ਲੜਕੀ ਕਰਦੀ ਸੀ। ਉਹਨੇ ਮੈਨੂੰ ਫਿਰ ਇਹ ਜਦ ਸਾਰਾ ਕੁਝ ਦੱਸਿਆ ਤਾਂ ਫਿਰ ਮੈਂ ਕਿਹਾ ਕਿ ਨਹੀਂ ਅਸੀਂ ਤੇਰੀ ਮਦਦ ਕਰਾਂਗੇ। ਔਰ ਫਿਰ ਉਸ ਤੋਂ ਬਾਅਦ ਮੈਂ ਉਸ ਲੜਕੇ ਨੂੰ ਵੀ ਬੁਲਾਇਆ, ਉਹਦੇ ਪਰਿਵਾਰ ਨਾਲ ਉਹਨਾਂ ਨਾਲ ਕੰਟੈਕਟ ਬਣਾਇਆ ਕਿ ਇਸ ਤਰ੍ਹਾਂ ਇੱਕ ਲੜਕੀ ਆਈ ਹੈ ਜੀ ਤੇ ਤੁਸੀਂ ਇੱਕ ਵਾਰੀ ਆ ਕੇ ਇੱਥੇ ਪੇਸ਼ ਹੋਵੋ ਔਰ ਇੱਦਾਂ ਇੱਕ ਕਮੇਟੀ ਗਠਿਤ ਹੋਈ ਹੈ, ਅਕਾਲ ਤਖਤ ਸਾਹਿਬ ਤੋਂ ਹੁਕਮ ਹੈ ਤੇ ਤੁਸੀਂ ਇੱਥੇ ਆਓ। ਉਹ ਆਏ ਨੇ, ਲੜਕਾ ਆਇਆ ਹੈ, ਉਹਦੇ ਫਾਦਰ ਸਾਹਿਬ ਆਏ ਨੇ, ਇੱਧਰੋਂ ਲੜਕੀ ਸੀਗੀ ਔਰ ਉਹਨਾਂ ਨੇ ਗੱਲਬਾਤ ਕੀਤੀ ਆਪਸ ਦੇ ਵਿੱਚ। ਔਰ ਕਾਫੀ ਦੇਰ ਗੱਲਬਾਤ ਤੋਂ ਬਾਅਦ, ਕਿਉਂਕਿ ਸਾਡਾ ਦੇਖੋ ਇਹ ਸੀਗਾ ਕਿ ਮਿਊਚੁਅਲੀ ਹੋ ਜਾਵੇ, ਕੋਈ ਕਾਨੂੰਨੀ ਕਾਰਵਾਈ ਨਾ ਹੀ ਕਰਨੀ ਪਵੇ, ਬਿਕਾਜ਼ ਇੱਕ ਮਸਲਾ ਅਜਿਹਾ ਹੈ ਕਿ ਜਿਹੜਾ ਪਹਿਲੀ ਵਾਰ ਅਕਾਲ ਤਖਤ ਸਾਹਿਬ ਤੇ ਆਇਆ ਹੈ ਔਰ ਉਮਰ ਵੀ ਕੋਈ ਜ਼ਿਆਦਾ ਨਹੀਂ ਇਹਨਾਂ ਦੋਵਾਂ ਜਾਣਿਆਂ ਦੀ, ਇੱਕ 98 ਬੋਰਨ ਹੈ, ਇੱਕ 99 ਹੈ ਤੇ 24-25 ਸਾਲ ਦੇ ਇਹਨਾਂ ਨੂੰ ਅਸੀਂ ਮਤਲਬ ਨਹੀਂ ਚਾਹੁੰਦੇ ਸੀ ਕਿ ਉਹ ਕਾਨੂੰਨੀ ਕਾਰਵਾਈ 'ਚ ਇਸ ਤਰੀਕੇ ਨਾਲ ਆਉਣ। ਔਰ ਉਹ ਉਸ ਦਿਨ ਕਹਿੰਦੇ ਕਿ ਸਾਨੂੰ 15 ਦਿਨ ਦਾ ਸਮਾਂ ਦੇ ਦਿਓ, ਆਪਣੀ ਮਰਜ਼ੀ ਨਾਲ ਉਹ ਲੜਕੀ ਨੇ ਕਿਹਾ ਕਿ ਠੀਕ ਹੈ ਇਹਨਾਂ ਨੂੰ ਦੇ ਦਿਓ ਸਮਾਂ। 15 ਦਿਨ ਬਾਅਦ ਜਦ ਆਏ ਆ, ਉਸ ਦਰਮਿਆਨ ਵੀ ਲੜਕੀ ਮੈਨੂੰ ਕਰਦੀ ਰਹੀ ਹੈ ਕੰਟੈਕਟ, ਮੇਰੇ ਨਾਲ ਗੱਲਾਂ ਕਰਦੀ ਰਹੀ ਹੈ, ਕਾਫੀ ਕੁਝ ਜਾਣਕਾਰੀਆਂ ਉਹ ਇਕੱਠੀਆਂ ਉਸ ਟਾਈਮ ਵੀ ਕਰ ਰਹੀ ਸੀ ਜਿੱਥੋਂ ਇਹ ਪਤਾ ਲੱਗਾ ਕਿ ਲੜਕਾ ਜਿਹੜਾ ਹੈ ਉਹਨੇ ਵਿਆਹ ਕਰ ਲਿਆ। ਉਹਨੇ ਇੰਡੀਆ ਆ ਕੇ, ਪੰਜਾਬ ਆ ਕੇ ਵਿਆਹ ਕਰ ਲਿਆ ਹੈ ਔਰ ਇਸ ਲੜਕੀ ਨੂੰ ਕੁਝ ਨਹੀਂ ਦੱਸਿਆ। ਮਤਲਬ ਉੱਥੇ ਉਹਨੂੰ ਝੂਠ ਬੋਲ ਕੇ ਕਿ ਇਹ ਕਹਿ ਕੇ ਕਿ ਮੈਂ ਮਈ ਮਹੀਨੇ ਵਿੱਚ ਇਸ ਸਾਲ 2023 'ਚ ਮੈਂ ਤੇਰੇ ਨਾਲ ਵਿਆਹ ਕਰਾਂਗਾ ਔਰ ਉੱਥੋਂ ਨੂੰ ਝੂਠ ਬੋਲ ਕੇ ਗੱਲ ਕਹਿ ਕੇ ਆ ਕੇ ਇੱਥੇ ਆ ਕੇ ਵਿਆਹ ਕਿਸੇ ਹੋਰ ਕੁੜੀ ਨਾਲ ਕਰ ਲਿਆ। ਹੁਣ ਦੇਖੋ ਕਿੰਨੇ ਘਰ ਬਰਬਾਦ ਹੋਏ ਇਸ ਦੇ ਵਿੱਚ। ਉਹ ਲੜਕੀ ਵੀ ਜਹਾਨੋਂ ਤੁਰ ਗਈ। ਜਿਹੜੀ ਹੁਣ ਨਵੀਂ ਜਿਹੜੀ ਇਹਨਾਂ ਦੇ ਘਰੇ ਇੱਕ ਆਈ ਹੋਏਗੀ, ਇੱਕ ਹੋਰ ਕਿਸੇ ਦੇ ਘਰ ਦੀ ਧੀ, ਉਹਦੀ ਵੀ ਜ਼ਿੰਦਗੀ ਬਰਬਾਦ, ਇਸ ਮੁੰਡੇ ਦੀ ਖੁਦ ਦੀ ਜ਼ਿੰਦਗੀ ਬਰਬਾਦ, ਇਹਦੇ ਮਾਂ ਪਿਓ ਦੇ ਔਰ ਸਾਰੇ ਸਮਾਜ ਦੇ ਵਿੱਚ ਜੋ ਸਿੱਖ ਕੌਮ ਨੂੰ ਇਹਨੇ ਜੋ ਸਾਡੀ ਪਗੜੀ ਨੂੰ, ਕਿਉਂਕਿ ਉਹ ਇਹੀ ਕਹਿੰਦੀ ਸੀ ਕਿ ਪੱਗ ਵਾਲੇ ਬੰਦੇ ਜਿਹੜੇ ਆ ਨਾ, ਮੈਂ ਉਹ ਸੋਚ ਕੇ ਵਿਸ਼ਵਾਸ ਕੀਤਾ ਸੀ ਕਿ ਇਹ ਬਾਕੀਆਂ ਵਰਗਾ ਤੇ ਨਹੀਂ ਹੋਊਗਾ। ਔਰ ਉਹ ਗੱਲਾਂ ਜਦ ਉਹਨੇ ਕੀਤੀਆਂ ਨਾ ਤੇ ਫਿਰ ਬੜਾ ਕਿਤੇ ਨਾ ਕਿਤੇ ਦਿਲ ਵਲੂੰਦਰਿਆ ਜਾਂਦਾ ਸੀ ਇਹਦੀਆਂ ਗੱਲਾਂ ਸੁਣ ਕੇ। ਉਹ ਕੁੜੀ ਬਹੁਤ ਇੰਟੈਲੀਜੈਂਟ ਸੀ, ਬਹੁਤ ਪੜ੍ਹੀ ਲਿਖੀ ਔਰ ਇੰਨੀ ਉਹ ਮਤਲਬ ਸਮਾਜ ਸੇਵਾ ਦੇ ਕੰਮ ਵੀ ਬਹੁਤ ਕਰਦੀ ਸੀ। ਛੋਟੇ ਬੱਚੇ ਜਿਹੜੇ ਅਨਾਥ ਬੱਚੇ ਸੀ ਉਹਨਾਂ ਨੂੰ ਪੜ੍ਹਾਉਂਦੀ ਵੀ ਸੀ, ਕਿਉਂਕਿ ਉਹ ਪਿੱਛੋਂ ਇੱਥੋਂ ਦੇ ਆਪਣੇ ਯੂਪੀ ਦੇ ਨੇ, ਲਖਨਊ ਦੇ ਹੈ, ਅਦਰਵਾਈਜ਼ ਰਹਿੰਦੀ ਉਹ ਦੁਬਈ ਦੇ ਵਿੱਚ ਸੀਗੀ, ਉਹਦੇ ਆਪਣਾ ਜੌਬ ਕਰਦੀ ਸੀ। ਔਰ ਬਸ ਉਹ 3 ਤਰੀਕ ਨੂੰ ਆਏ ਹੈ ਜੀ ਫਾਈਨਲ, ਉਸ ਦਿਨ ਗੱਲਬਾਤ ਹੋਣੀ ਸੀ ਔਰ ਉਸੇ ਦਰਮਿਆਨ ਕੁਛ ਉਹਦੇ ਜਿਹੜੇ ਮਾਤਾ ਪਿਤਾ ਆਏ ਸੀ ਮੁੰਡੇ ਦੇ ਨਾਲ, ਪਿੰਡ ਦਾ ਸਰਪੰਚ ਵੀ ਸੀ, ਇਹ ਉੱਠ ਕੇ ਸਾਡੇ ਤੋਂ ਅਲਾਇਦਾ ਬਾਹਰ ਜਾ ਕੇ ਇਹਨਾਂ ਨੇ ਕੁਛ ਲੜਕੀ ਨੂੰ ਗੱਲਾਂ ਬਾਤਾਂ ਕਹੀਆਂ ਨੇ, ਕੁਛ ਮਾੜਾ ਚੰਗਾ ਬਹੁਤ ਜ਼ਿਆਦਾ ਵੱਧ ਘੱਟ ਬੋਲਿਆ ਹੈ, ਕੁਛ ਭੱਦੀ ਸ਼ਬਦਾਵਲੀ ਵਰਤੀ ਹੈ। ਉਹ ਲੜਕੀ ਜਿਹੜੀ ਸੀ ਉਹ ਸ਼ਾਇਦ ਇਹ ਦਿਲ ਤੇ ਨਹੀਂ ਲੈ ਪਾਈ ਜਾਂ ਉਹ ਅੱਛਾ ਜਿਸ ਦਿਨ ਉਹ ਤੁਹਾਡੇ ਕੋਲ ਮਤਲਬ ਆਉਂਦੇ ਨੇ ਸਾਰਾ ਉਹ ਪਰਿਵਾਰ ਉਹਨਾਂ ਦਾ ਉਸੇ ਨੂੰ ਬੋਲਿਆ ਫਿਰ ਗਲਤ ਕੁਝ ਨਾ ਕੁਝ ਜੀ, ਜਦ ਉਹ ਸਾਡੇ ਕੋਲ ਆਈ ਹੈ 3 ਤਰੀਕ ਨੂੰ, ਉਸ ਦਿਨ ਗੱਲਬਾਤ ਹੋ ਰਹੀ ਸੀਗੀ। ਇਸ ਦਰਮਿਆਨ ਮੇਰੇ ਜਿਹੜੇ ਮਦਰ ਸੀ ਉਹਨਾਂ ਦੀ ਤਬੀਅਤ ਖਰਾਬ ਸੀ, ਮੈਂ ਇਹਨੂੰ ਪਹਿਲਾਂ ਵੀ ਦੱਸਿਆ ਸੀਗਾ ਇਹਨੂੰ ਲੜਕੀ ਨੂੰ, ਤੇ ਮੈਂ ਉਹਨਾਂ ਨਾਲ ਗੱਲ ਕਰਨ ਗਈ ਤੇ ਮੈਂ ਫੋਨ ਕੀਤਾ ਸੀ ਕਿ ਜੇ ਕੋਈ ਗੱਲ ਹੋਈ ਮੈਨੂੰ ਬੁਲਾ ਲਈ, ਮੈਂ ਉਰੇ ਹੀ ਹਾਂ, ਮੇਰੇ ਮਦਰ ਠੀਕ ਨਹੀਂ ਹੈਗੇ, ਤਬੀਅਤ ਨਹੀਂ ਠੀਕ, ਮੈਂ ਆ ਜਾਵਾਂਗੀ।
ਉਹ ਕਿਹਾ ਕਿ ਚਲੋ ਠੀਕ ਹੈ ਜੀ, ਮੈਂ ਤਾਂ ਆ ਗਈ। ਉਸ ਤੋਂ ਬਾਅਦ ਜੋ ਮੈਨੂੰ ਪਤਾ ਲੱਗਿਆ ਉੱਥੋਂ ਮੈਂਬਰਸ ਤੋਂ ਵੀ, ਔਰ ਕਿ ਉਹ ਬਾਹਰ ਜਾਂਦੀ ਹੈ ਲੜਕੀ ਜਿਹੜੀ ਹੈ, ਉਹ ਉਹਨੇ ਮੁੰਡੇ ਦੇ ਨਾਲ, ਉਹਦੇ ਮਾਤਾ ਪਿਤਾ ਦੇ ਨਾਲ, ਉਹ ਉਹਨੂੰ ਕੁਛ ਬੁਲਾ ਭਰਾ ਕਹਿੰਦੇ ਬਾਹਰ 1 ਘੰਟਾ ਤਕਰੀਬਨ ਕਹਿੰਦੇ ਆ ਕਿ ਉਹਨਾਂ ਦੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਨੇ। ਔਰ ਉੱਥੇ ਹੀ ਕੁਛ ਅਜਿਹੀਆਂ ਗੱਲਾਂ ਇਹਨਾਂ ਨੇ ਕੀਤੀਆਂ ਹੈ ਕਿ ਉਹ ਲੜਕੀ ਬਾਅਦ 'ਚ ਕਹਿੰਦੇ ਰੋਂਦੇ ਰੋਂਦੇ ਜਿਹੜੀ ਹੈ ਉਹ ਆਪਣੇ ਹੋਟਲ ਚਲੀ ਗਈ। ਔਰ ਉੱਥੇ ਤਕਰੀਬਨ ਮੇਰੇ ਖਿਆਲ 'ਚ 2 ਘੰਟਿਆਂ 'ਚ ਹੀ ਇਹ 6 ਤੋਂ 8 ਵਜੇ ਦੇ ਦਰਮਿਆਨ ਹੀ ਇਹ ਦੱਸਿਆ ਜਾ ਰਿਹਾ ਹੈ ਹੋਟਲ ਵੱਲੋਂ ਵੀ ਕਿ ਦਰਵਾਜ਼ਾ ਨਹੀਂ ਸੀ ਕੋਈ ਖੋਲ ਰਿਹਾ। ਔਰ ਫਿਰ ਉੱਥੋਂ ਫੋਨ ਕਰੇ ਆ ਅੰਦਰੋਂ ਕਿ ਕੋਈ ਜਾ ਕੇ ਦਰਵਾਜ਼ਾ ਖੋਲੋ, ਦੇਖੋ ਕੀ ਗੱਲ ਹੈ। ਫੋਨ ਨਹੀਂ ਚੁੱਕ ਰਹੀ ਲੜਕੀ, ਉਹਦੇ ਦੋਸਤਾਂ ਨੇ ਫੋਨ ਕੀਤਾ ਕੁੜੀ ਦੇ। ਫਿਰ ਉਹਨਾਂ ਨੇ ਦੇਖਿਆ ਕਿ ਅੱਗੇ ਪੱਖੇ ਦੇ ਨਾਲ ਜਿਹੜੀ ਸੀ ਉਹਨੇ ਲਟਕ ਕੇ ਸੁਸਾਈਡ ਜਿਹੜੀ ਕਰ ਲਈ ਸੀ। ਅੱਛਾ, ਜਿਵੇਂ ਗੱਲ ਕੀਤੀ ਆਪਾਂ ਸਿੱਖਾਂ ਦੇ ਬਾਰੇ, ਹੈ ਨਾ, ਵੀ ਸਿੱਖਾਂ ਦੇ ਪ੍ਰਤੀ ਉਹਦੇ ਮਨ ਵਿੱਚ ਬੜੀ ਇੱਜ਼ਤ ਸੀ। ਉਹਨੇ ਸਾਨੂੰ ਦੱਸਿਆ ਕਿ ਜਦ ਮੈਂ ਪੰਜਾਬ ਆਈ ਤਾਂ ਮੇਰੇ ਨਾਲ ਇੱਕ ਆਟੋ ਦੇ ਵਿੱਚ ਵੀ ਲੜਕੇ ਨੇ ਛੇੜਛਾੜ ਦਾ ਮਤਲਬ ਕੀਤੀ ਕੋਸ਼ਿਸ਼ ਮੇਰੇ ਨਾਲ। ਕੀ ਲੱਗਦਾ ਕੌਣ ਨੇ ਲੋਕ ਜਿਹੜੇ ਮਤਲਬ ਆਪਣੀ ਹੀ ਕਮਿਊਨਿਟੀ ਨੂੰ, ਜਿਹਨੂੰ ਸਾਰੀ ਦੁਨੀਆ ਮੰਨਦੀ, ਉਹਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ? ਦੇਖੋ ਕਿੰਨੀ ਮੰਦਭਾਗੀ ਗੱਲ ਹੈ ਇਹ ਨਹੀਂ ਹੈ ਕਿ ਇਹ ਬਾਹਰੋਂ ਆਈ ਤੇ ਇਹਦੇ ਨਾਲ ਇਹ ਹੋ ਰਿਹਾ ਹੈ। ਇੱਥੇ ਰਹਿੰਦੀਆਂ ਕੁੜੀਆਂ ਨਾਲ ਵੀ ਇਹ ਕੁਝ ਹੁੰਦਾ ਹੈ, ਔਰ ਹਰ ਦਿਨ ਹੁੰਦਾ ਹੈ, ਹਰ ਜਗ੍ਹਾ ਹੀ ਹੁੰਦਾ ਹੈ। ਔਰ ਇਹ ਲੋਕ, ਮੈਨੂੰ ਨਹੀਂ ਸਮਝ ਆਉਂਦੀ ਕਿ ਇਹਨਾਂ ਨੂੰ ਅਸੀਂ ਸਿੱਖ ਤਾਂ ਕਹਿ ਨਹੀਂ ਸਕਦੇ, ਕਿਉਂਕਿ ਸਿੱਖ ਤਾਂ ਕਦੀ ਇਹ ਕੰਮ ਕਰਦੇ ਨਹੀਂ। ਔਰ ਅਜਿਹੇ ਲੋਕ ਜਿਹੜੇ ਸਿਰਫ ਮੰਨ ਲਓ ਕਿ ਕੇਸਾਧਾਰੀ ਲੋਕ ਨੇ, ਇਹ ਸਿੱਖ ਨਹੀਂ ਹੈ। ਇਹ ਸਰਦਾਰਾਂ ਦੀ ਛਵੀ ਵੀ ਜਿਹੜੀ ਇਹ ਖਰਾਬ ਕਰ ਰਹੇ ਨੇ। ਔਰ ਇਹਨਾਂ ਨੂੰ ਅਸੀਂ ਇਹਨਾਂ ਨੂੰ ਅਸੀਂ ਸਮਝਾ ਸਕਦੇ ਹਾਂ। ਹੁਣ ਆ ਤੁਹਾਡੇ ਸਾਹਮਣੇ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ, ਇਹ ਇਹਨਾਂ ਤੋਂ ਹੀ ਸਬਕ ਲੈ ਲੈਣ। ਹੋਰ ਧੀਆਂ ਭੈਣਾਂ ਕੀ ਕਰ ਸਕਦੀਆਂ ਨੇ ਇਹਨਾਂ ਨੂੰ ਅਜਿਹੀਆਂ ਹਰਕਤਾਂ ਨੇ? ਇਹਨਾਂ ਨੂੰ ਖੁਦ ਸ਼ਰਮ ਕਰਨੀ ਚਾਹੀਦੀ ਹੈ ਕਿ ਅਸੀਂ ਵੀ ਇਸ ਸਮਾਜ ਦਾ ਹਿੱਸਾ ਵਾਂ। ਤੁਹਾਡੇ ਘਰ ਵੀ ਧੀਆਂ ਨੇ, ਭੈਣਾਂ, ਮਾਵਾਂ ਨੇ, ਮਾਂ ਤਾਂ ਸਾਰਿਆਂ ਕੋਲ ਹੁੰਦੀ ਹੈ। ਤੁਸੀਂ ਇਸ ਤਰੀਕੇ ਦੀਆਂ ਹਰਕਤਾਂ ਨਾ ਕਰੋ, ਇਹ ਗਲਤ ਹੈ। ਸਾਰਿਆਂ ਨੂੰ ਜੀਣ ਦਾ ਹੱਕ ਹੈ, ਔਰ ਸੰਵਿਧਾਨ ਵੀ ਸਾਨੂੰ ਇਹ ਹੱਕ ਦਿੰਦਾ ਹੈ। ਇਹ ਨਹੀਂ ਕਰਨਾ ਚਾਹੀਦਾ ਇਹਨਾਂ। ਤੇ ਤੁਸੀਂ ਮਤਲਬ ਹੁਣ ਉਸ ਤੇ ਜਿਹੜੀ ਕਾਰਵਾਈ ਕੀਤੀ ਆ, ਉਹ ਕੀ ਕਾਰਵਾਈ ਹੋਈ ਆ, ਕਿਵੇਂ ਹੋਈ ਆ, ਕਦੋਂ ਹੋਈ ਆ? ਉਸ ਤੋਂ ਬਾਅਦ ਇਹਦੇ ਜਿਹੜੇ ਮਦਰ ਹੈ, ਕਿਉਂਕਿ ਜਿਹੜਾ ਤੁਸੀਂ, ਮੈਂ ਚਲੋ ਤੁਹਾਨੂੰ ਵੀ ਇਸ ਚੀਜ਼ ਦੀ ਮੈਂ ਐਪਰੀਸ਼ੀਏਟ ਕਰਾਂਗੀ ਕਿ ਤੁਸੀਂ ਉਸ ਕੁੜੀ ਦਾ ਇੰਟਰਵਿਊ ਜਿਹੜਾ ਸੀ ਪਹਿਲੀ ਵਾਰ ਤੁਹਾਡੇ ਚੈਨਲ ਤੋਂ ਹੀ ਉਹ ਟੈਲੀਕਾਸਟ ਹੋਇਆ, ਜਿਹੜਾ ਦੇਸ਼ਾਂ ਵਿਦੇਸ਼ਾਂ ਤੱਕ ਲੋਕਾਂ ਨੇ ਦੇਖਿਆ। ਉਹ ਇੰਟਰਵਿਊ ਇਹਦੇ ਮਦਰ ਨੇ ਵੀ ਦੇਖਿਆ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਹੈ ਕਿ ਮੈਨੂੰ ਨਹੀਂ ਸੀ ਪਤਾ ਮੇਰੀ ਲੜਕੀ ਦੀ ਆਹ ਕਹਾਣੀ ਹੈ, ਕਿਉਂਕਿ ਉਹ ਸਾਰੀਆਂ ਗੱਲਾਂ ਆਪਣੇ ਮਦਰ ਨੂੰ ਵੀ ਨਹੀਂ ਸੀ ਦੱਸਦੀ ਕਿ ਉਹ ਪੇਸ਼ੈਂਟ ਨੇ। ਉਹ ਦਿਲ ਤੇ ਲੈ ਲੈਣਗੇ। ਤੇ ਉਹ ਕਹਿੰਦੀ ਸੀ ਕਿ ਮੇਰੇ ਕੋਲ ਮੇਰੀ ਮਾਂ ਹੀ ਤਾਂ ਹੈ, ਮੈਂ ਉਹਨਾਂ ਨੂੰ ਨਹੀਂ ਦੱਸਦੀ। ਮੈਡਮ ਤੁਸੀਂ ਵੀ ਕੋਈ ਗੱਲ ਹੋਵੇ ਤੇ ਪਲੀਜ਼ ਮੈਨੂੰ ਹੀ ਪੁੱਛਣਾ ਕਿ ਮੇਰੇ ਘਰਦਿਆਂ ਨੂੰ ਜਾਂ ਮੇਰੀ ਮਦਰ ਨੂੰ ਮਤਲਬ ਕੋਈ ਦੁੱਖ ਤਕਲੀਫ ਨਾ ਹੋਵੇ। ਉਹ ਸਾਰਿਆਂ ਦਾ ਬੜਾ ਸੋਚਦੀ ਸੀ। ਤੇ ਉਹ ਇੰਟਰਵਿਊ ਇਹਨਾਂ ਦੇ ਮਦਰ ਨੇ ਦੇਖੀ, ਜਦ ਉਹਦੇ ਵਿੱਚ ਉਹ ਸਾਫ਼ ਤੌਰ ਤੇ ਕਹਿ ਰਹੀ ਹੈ ਕਿ ਮੈਂ ਕਾਨੂੰਨੀ ਕਾਰਵਾਈ ਕਰਾਂਗੀ। ਜਦ ਤੁਸੀਂ ਲਾਸਟ ਤੇ ਸਵਾਲ ਕਰਦੇ ਹੋ ਕਿ ਜੇ ਨਹੀਂ ਕੋਈ ਨਿਆਂ ਹੁੰਦਾ ਉੱਥੇ ਆਰਾਮ ਨਾਲ ਸੁਲ੍ਹਾ ਸਫਾਈ ਨਾਲ, ਤੇ ਤੁਸੀਂ ਕੀ ਕਰੋਗੇ? ਤੇ ਉਹ ਕਹਿ ਰਹੀ ਹੈ ਕਿ ਮੈਂ ਕਾਨੂੰਨੀ ਕਾਰਵਾਈ ਕਰਾਂਗੀ, ਲੜਕੇ ਤੇ ਕੇਸ ਕਰਾਂਗੀ। ਫਿਰ ਉਹਦੇ ਮਦਰ ਨੇ ਕਿਹਾ ਹੈ ਕਿ ਅਸੀਂ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਹਾਂ, ਮੇਰੀ ਬੇਟੀ ਨਾਲ ਇਨਸਾਫ ਨਹੀਂ ਹੋਇਆ ਔਰ ਮੈਂ ਨਹੀਂ ਬਖਸ਼ਣਾ ਨਹੀਂ ਹੈ ਅਸੀਂ ਦੋਸ਼ੀਆਂ ਨੂੰ। ਫਿਰ ਅਸੀਂ ਉਹਨਾਂ ਦਾ ਸਹਿਯੋਗ ਕੀਤਾ ਕਿ ਜ਼ਰੂਰ, ਕਿਉਂਕਿ ਦੇਖੋ ਪਹਿਲਾ ਫਰਜ਼ ਜਿਹੜਾ ਹੁੰਦਾ ਹੈ ਉਹ ਫੈਮਿਲੀ ਦਾ ਹੁੰਦਾ ਹੈ। ਜੇ ਫੈਮਿਲੀ ਇਨਸਾਫ ਲੈਣਾ ਚਾਹੁੰਦੀ ਹੈ ਤਾਂ ਅਸੀਂ ਕੌਣ ਹੁੰਨੇ ਆ ਰੋਕਣ ਵਾਲੇ? ਤੇ ਜਦ ਉਹਨਾਂ ਨੇ ਇੱਕ ਵਾਰ ਕਿਹਾ ਅੱਧੀ ਜ਼ਬਾਨ ਨਾਲ, ਅਸੀਂ ਉਸੇ ਵੇਲੇ ਤੁਰੰਤ ਨਾਲ ਜਥੇਦਾਰ ਸਾਹਿਬ ਜੀ ਨੇ ਕਿਹਾ ਕਿ ਇਹਨਾਂ ਦੇ ਜਿਹੜੀ ਕਾਨੂੰਨੀ ਕਾਰਵਾਈ ਹੈ ਜੋ ਵੀ ਹੈ ਤੁਸੀਂ ਸਹਿਯੋਗ ਕਰੋ। ਔਰ ਫਿਰ ਅਸੀਂ ਇੱਕ ਦਿਨ ਪਹਿਲਾਂ ਹੀ ਪਰਚਾ ਜਿਹੜਾ ਹੈ ਦਰਜ ਕਰਵਾਇਆ ਕੋਤਵਾਲੀ ਪੁਲਿਸ ਸਟੇਸ਼ਨ ਅੰਮ੍ਰਿਤਸਰ। ਔਰ ਬੜੀ ਮੁਸ਼ਕਿਲਾਂ ਤੋਂ ਬਾਅਦ ਇਹ ਪਰਚਾ ਜਿਹੜਾ ਹੈ ਦਰਜ ਹੋਇਆ 306 IPC ਔਰ 34 ਧਾਰਾ ਲਾ ਕੇ। ਔਰ ਪਰ ਮੁਜਰਮ ਜਿਹੜੇ ਨੇ ਹਜੇ ਤੱਕ ਗ੍ਰਿਫਤਾਰ ਨਹੀਂ ਕੀਤੇ ਗਏ। ਮੁੰਡੇ ਦੇ ਉੱਤੇ ਔਰ ਮੁੰਡੇ ਦੇ ਮਾਪਿਓ ਦੇ ਉੱਤੇ, ਪੂਰੇ ਪਰਿਵਾਰ ਦੇ ਉੱਤੇ ਜਿਹੜਾ ਪਰਚਾ ਅਸੀਂ ਦਰਜ ਕਰਵਾਇਆ। ਜਿਹੜੀ ਉਹ ਪਰਿਵਾਰ ਹੈ ਉਹ ਮਤਲਬ ਕਿੱਥੇ ਇਸ ਵਕਤ? ਦੇਖੋ ਇਹ ਤਾਂ ਪੁਲਿਸ ਹੀ ਜਾਣਦੀ ਹੈ ਕਿ ਪਰਿਵਾਰ ਕਿੱਥੇ ਹੈ। ਪੁਲਿਸ ਨੂੰ ਅਰੈਸਟ ਕਰ ਲੈਣਾ ਚਾਹੀਦਾ ਸੀ ਹੁਣ ਤੱਕ, ਪਰ ਉਹ 100 ਬਹਾਨੇ ਲਗਾ ਰਹੇ ਹੈ ਕਿ G20 ਚੱਲ ਰਿਹਾ ਹੈ ਜੀ, ਸੰਮੇਲਨ ਚੱਲ ਰਿਹਾ ਹੈ ਔਰ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਅੰਮ੍ਰਿਤਸਰ ਲਿਆ ਕੇ ਖੜੀ ਕੀਤੀ ਹੋਈ ਹੈ ਔਰ ਕੋਈ ਅਰੈਸਟ ਨਹੀਂ ਕਰ ਰਿਹਾ। ਔਰ ਹੈ ਨਾ ਕਿ ਇਹਨਾਂ ਨੂੰ ਕਰਨਾ ਚਾਹੀਦਾ ਹੈ। ਇਹ ਥੋੜੀ ਹੈ ਕਿ ਹੁਣ ਇੱਕ ਸੰਮੇਲਨ ਇੱਕ ਜਗ੍ਹਾ ਚੱਲ ਰਿਹਾ ਤੇ ਬਾਕੀ ਪੂਰੇ ਪੰਜਾਬ ਦਾ ਲਾਅ ਐਂਡ ਆਰਡਰ ਜਾਂ ਉੱਥੇ ਤੁਸੀਂ ਤਹਿਸ ਨਹਿਸ ਨਹੀਂ ਕਰ ਸਕਦੇ ਪੂਰਾ ਸਿਸਟਮ ਨੂੰ। ਤੇ ਇਹਨਾਂ ਨੂੰ ਦੇਖਣਾ ਚਾਹੀਦਾ। ਅਸੀਂ ਬਹੁਤ ਪ੍ਰੈਸ਼ਰ ਪਾ ਰਹੇ ਹਾਂ ਕਿ ਅਰੈਸਟ ਕੀਤਾ ਜਾਵੇ। ਸ਼ਾਇਦ ਪੁਲਿਸ ਵੀ ਆਪਣੇ ਤੌਰ ਤੇ ਕੋਸ਼ਿਸ਼ ਕਰ ਵੀ ਰਹੀ ਹੋਏਗੀ, ਬਾਕੀ ਅਜੇ ਤੱਕ ਕੋਈ ਦੋਸ਼ੀ ਗ੍ਰਿਫਤਾਰ ਨਹੀਂ ਹੋਏ। ਸ਼ਿਕਾਇਤ ਤੋਂ ਕਿੰਨੇ ਦਿਨਾਂ ਬਾਅਦ ਪਰਚਾ ਦਰਜ ਹੋਇਆ ਜੀ? ਸ਼ਿਕਾਇਤ ਅਸੀਂ ਜਿਸ ਦਿਨ ਕੀਤੀ ਹੈ ਸਵੇਰੇ ਆਏ ਨੇ ਇਹਦੇ ਮਦਰ, ਔਰ ਰਾਤ ਨੂੰ ਜਾ ਕੇ ਤਕਰੀਬਨ 8:30 ਤੋਂ 9 ਵਜੇ ਉਸੇ ਦਿਨ ਅਸੀਂ ਪਰਚਾ ਦਰਜ ਕਰਵਾਇਆ ਜੀ। ਮਤਲਬ ਉਸੇ ਦਿਨ ਪਰਚਾ ਹੋ ਗਿਆ ਸੀ। ਤੇ ਜਿਹੜੀ ਮਤਲਬ ਆਪਾਂ ਸਰਕਾਰ ਦੀ ਗੱਲ ਕਰੀਏ ਵੀ ਜਿਵੇਂ ਤੁਸੀਂ ਕਹਿ ਰਹੇ ਹੋ G20 ਹੋ ਰਿਹਾ ਹੈ ਨਾ, ਵੀ ਇਹਦਾ ਮਤਲਬ ਤਾਂ ਇਹ ਹੋਇਆ ਵੀ ਅਜਿਹੀਆਂ ਹੋਰ ਘਟਨਾ ਨੂੰ ਹਜੇ ਉਡੀਕ ਰਹੀ ਹੈ ਸਰਕਾਰ ਵੀ ਹੋਰ ਕੁਝ ਹੋਵੇ ਅਜਾ?
ਹਾਂ ਬਿਲਕੁਲ ਦੇਖੋ ਇਹ ਤਾਂ ਹੁਣ ਅੱਜ ਇੱਥੇ ਇੰਨੇ ਵੀਆਈਪੀਜ਼ ਆਏ ਹੋਏ ਨੇ ਤੇ ਕਿਸ ਤਰ੍ਹਾਂ ਸਾਰਿਆਂ ਨੂੰ ਭਾਜੜਾਂ ਪਈਆਂ ਹੋਈਆਂ ਨੇ ਉਹਨਾਂ ਦੀ ਸੁਰੱਖਿਆ ਲਈ, ਪਰ ਆਮ ਨਾਗਰਿਕ ਦੀ ਸੁਰੱਖਿਆ ਲਈ ਹੁੰਦੀ ਹੈ ਪੁਲਿਸ, ਨਾ ਕਿ ਵੀਆਈਪੀਜ਼ ਲਈ ਨਹੀਂ ਹੁੰਦੀ। ਸਪੈਸ਼ਲੀ ਇਹ ਸਾਡੇ ਲੋਕਾਂ ਲਈ ਹੈ ਔਰ ਸਾਡੇ ਲੋਕ ਤਾਂ ਸੁਰੱਖਿਅਤ ਨਹੀਂ ਹੁੰਦੇ ਔਰ ਇਹਨਾਂ ਵਾਸਤੇ ਆਪਾਂ ਕਿੰਨੀ ਸੁਰੱਖਿਆ 1-2 ਦਿਨ ਦੇ ਸੰਮੇਲਨਾਂ ਵਾਸਤੇ ਪੂਰੇ ਜ਼ਿਲ੍ਹਿਆਂ ਦੀ ਪੁਲਿਸ ਬੁਲਾ ਕੇ ਜਿਹੜੀ ਆ ਫੋਰਸਾਂ ਅਸੀਂ ਸੜਕਾਂ ਤੇ ਤੈਨਾਤ ਕੀਤੀਆਂ ਨੇ ਔਰ ਮੈਨੂੰ ਇੱਥੇ ਪਹੁੰਚਣ ਲੱਗਿਆ ਵੀ ਤੁਹਾਨੂੰ ਪਤਾ ਕਿ 2 ਘੰਟੇ ਲੱਗ ਗਏ ਜਦਕਿ 15 ਮਿੰਟ ਦਾ ਰਸਤਾ ਸੀਗਾ। ਕਿੰਨਾ ਸਿਸਟਮ 3 ਘੰਟੇ ਲੱਗੇ ਜੀ ਦੇਖੋ, ਤੇ ਇਹ ਕਿੰਨਾ ਆਮ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਹੈ। ਅਸੀਂ ਕੀ ਕਰਨਾ ਇਹੋ ਜਿਹੇ ਸੰਮੇਲਨ ਜਦੋਂ ਸਾਡਾ ਆਮ ਰੋਜ਼ਮਰਾ ਦੀ ਜ਼ਿੰਦਗੀ ਇਹਦੇ ਤੋਂ ਇੰਨੀ ਪ੍ਰਭਾਵਿਤ ਹੋ ਰਹੀ ਹੈ, ਜਿਹੜੇ ਬੰਦੇ ਨੇ ਉਸੇ ਦਿਨ ਆਪਣਾ ਕਮਾਣਾ ਖਾਣਾ ਹੈ, ਕਿੰਨੀ ਪ੍ਰੋਬਲਮ ਹੋ ਰਹੀ ਹੈ, ਲੋਕਾਂ ਦਾ ਕੰਮ ਠੱਪ ਹੋ ਗਿਆ। ਦਿੱਕਤ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਤੁਸੀਂ ਕਾਰਵਾਈ ਕਰਵਾਉਣ ਦੇ ਵਿੱਚ ਥੋੜੇ ਜਿਹਾ ਲੇਟ ਹੋ ਗਏ? ਹਾਲਾਂਕਿ ਉਹ ਲੜਕੀ ਤੁਹਾਡੇ ਕੋਲ 3 ਤੋਂ 4 ਵਾਰ ਆਈ ਆ, ਮਤਲਬ ਪਹਿਲਾਂ ਹੋ ਜਾਣੀ ਚਾਹੀਦੀ, ਹੋ ਸਕਦਾ ਵੀ ਉਹ ਵੀ ਬਚ ਜਾਂਦੀ। ਨਹੀਂ ਦੇਖੋ, ਉਹ ਲੜਕੀ ਨੇ ਖੁਦ ਆਪਣੀ ਮਰਜ਼ੀ ਨਾਲ 15 ਦਿਨ ਦਾ ਸਮਾਂ ਦਿੱਤਾ ਸੀ ਕਿਉਂਕਿ ਉਸ ਮੁੰਡੇ ਨੂੰ ਦਿਲੋਂ ਪਿਆਰ ਕਰਦੀ ਸੀ। ਉਹਨੇ ਕਿਹਾ ਕਿ ਇਹ ਸਮਾਂ ਮੰਗ ਰਿਹਾ ਤੇ ਠੀਕ ਹੈ, ਮੈਨੂੰ ਸਮਾਂ ਦੇ ਦਿਓ। ਮੈਂ ਪੁੱਛਿਆ ਵੀ ਆ ਕਿ ਕਿੰਨਾ ਸਮਾਂ ਦਈਏ ਇਹਨਾਂ ਨੂੰ, ਉਹਨਾਂ ਨੇ 15 ਦਿਨ ਆਪਣੀ ਮਰਜ਼ੀ ਨਾਲ ਦੋਨਾਂ ਨੇ ਰਿਟਰਨ 'ਚ, ਲੜਕੇ ਨੇ ਵੀ ਸਾਈਨ ਕੀਤੇ, ਲੜਕੀ ਨੇ ਵੀ ਕੀਤੇ ਹੈ ਕਿ ਅਸੀਂ ਰਜ਼ਾਮੰਦੀ ਨਾਲ 15-15 ਦਿਨ ਲੈਣੇ ਆ। ਉਹਨੇ ਆਪਣੀ ਮਰਜ਼ੀ ਨਾਲ ਟਾਈਮ ਲਿਆ ਔਰ ਜਿਸ ਦਿਨ ਅਸੀਂ ਬੁਲਾਇਆ ਹੈ ਉਸੇ ਦਿਨ ਹੀ ਉਹਨੇ ਸੁਸਾਈਡ ਕਰ ਲਈ। ਉਸ ਥੋੜਾ ਸਮਾਂ ਦੇਣਾ ਚਾਹੀਦਾ ਸੀ ਇਸ ਚੀਜ਼ ਨੂੰ, ਪਰ ਉਹਦੀ ਮਦਰ ਵੱਲੋਂ ਕੁਝ ਅਜਿਹੀਆਂ ਗੱਲਾਂ ਉਹਦੇ ਪਰਿਵਾਰ ਵੱਲੋਂ ਕਹਿ ਦਿੱਤੀਆਂ ਗਈਆਂ ਜਿਹੜੀਆਂ ਸ਼ਾਇਦ ਉਹ ਸਹਾਰ ਹੀ ਨਹੀਂ ਪਾਈ ਉਹਨੂੰ। ਕਿੰਨਾ ਕੁਝ ਲੋਕਾਂ ਦੇ ਵਿੱਚ ਬੁਰਾ ਭਲਾ ਬੋਲ ਕੇ ਗਏ ਨੇ, ਗਾਲਾਂ ਕੱਢ ਕੇ ਗਏ ਨੇ, ਜੋ ਦੱਸਣ ਵਾਲੇ ਦੱਸ ਰਹੇ ਨੇ। ਬਾਕੀ ਜੋ ਵੀ ਆ ਉਹ ਤਾਂ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਆ ਹੀ ਜਾਏਗਾ ਸਾਰਾ, ਸੀਸੀਟੀਵੀ ਕੈਮਰਾਸ 'ਚ ਵੀ। ਬਟ ਉਹ ਕੋਈ ਇਹਦੇ ਵਿੱਚ ਡਿਲੇ ਨਹੀਂ ਹੋਇਆ, ਉਹਨਾਂ ਦੀ ਮਰਜ਼ੀ ਦੇ ਨਾਲ ਇੰਨਾ ਸਮਾਂ ਉਹਨਾਂ ਨੇ ਲਿਆ ਸੀਗਾ ਜੀ। ਤੇ ਤੁਸੀਂ ਕਾਰਵਾਈ ਕਰਵਾਈ, ਤੁਹਾਡੇ ਮਨ ਦੇ ਵਿੱਚ ਇੱਕ ਵਾਰ ਵੀ ਇਹ ਨਹੀਂ ਆਇਆ ਵੀ ਜਿਹੜਾ ਮੁੰਡਾ ਉਹ ਆਪਣੇ ਪੰਜਾਬ ਦਾ, ਉਹ ਸਿੱਖ ਆ, ਲੜਕੀ ਆ ਜਿਵੇਂ ਇਹ ਹੋਰ ਸਟੇਟ ਦੀ ਆ, ਇਹਦਾ ਧਰਮ ਵੀ ਕ੍ਰਿਸਚਨ ਆ, ਮਤਲਬ ਇਹ ਗੱਲ ਨਹੀਂ ਤੁਹਾਡੇ ਦਿਮਾਗ 'ਚ ਇੱਕ ਵਾਰ ਵੀ ਆਈ? ਦੇਖੋ, ਇਹ ਗੱਲ ਆਣੀ ਵੀ ਨਹੀਂ ਚਾਹੀਦੀ। ਜਿਹੜਾ ਨਿਆਂ ਹੁੰਦਾ ਹੈ ਕੋਈ ਵੀ, ਇਹ ਧਰਮ ਜਾਤੀ ਇਹਨਾਂ ਤੋਂ ਉੱਤੇ ਉੱਠ ਕੇ ਹੋਣਾ ਚਾਹੀਦਾ ਹੈ। ਜੇ ਅਸੀਂ ਇਹ ਸੋਚਦੇ ਕਿ ਸਾਡੀ ਕਮਿਊਨਿਟੀ ਦਾ ਮੁੰਡਾ ਹੈ, ਸਾਡੀ ਬਦਨਾਮੀ ਹੋਏਗੀ ਬਹੁਤ ਜ਼ਿਆਦਾ, ਅਸੀਂ ਇਹਦੇ ਤੇ ਕਾਰਵਾਈ ਨਹੀਂ ਕਰਨੀ। ਉਹ ਤਾਂ ਕ੍ਰਿਸਚੀਅਨ ਹੈ, ਅਸੀਂ ਉਹਨੂੰ ਕੀ ਉਹਦੇ ਤੇ ਉਹ ਕਰਨੀ ਹੈ ਕਾਰਵਾਈ। ਬਟ ਤੁਸੀਂ ਇੱਥੇ ਇਹ ਦੇਖੋ ਕਿ ਇਹ ਕਿੰਨੀ ਇੱਕ ਖੂਬਸੂਰਤੀ ਹੈ ਸਾਡੇ ਰਿਲੀਜਨ ਦੀ ਵੀ ਔਰ ਸਾਡੇ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਦੀ, ਕਿ ਬਿਨਾਂ ਕਿਸੇ ਜਾਤੀ ਔਰ ਧਰਮ ਦੇ ਭੇਦਭਾਵ ਤੋਂ ਉਹਨਾਂ ਨੇ, ਬੇਸ਼ੱਕ ਸਾਡੇ ਕਮਿਊਨਿਟੀ ਦਾ ਮੁੰਡਾ ਗਲਤ ਸੀ, ਪਰ ਉਹਨਾਂ ਨੇ ਕਿਹਾ ਕਿ ਇਹਦੀ ਵਜ੍ਹਾ ਨਾਲ ਪੂਰੇ ਦੇਸ਼ੋ ਦੁਨੀਆ 'ਚ ਜਿੱਥੇ ਬਾਕੀ ਸਿੱਖ ਕੌਮ ਸਾਡੀ ਵੱਸਦੀ ਹੈ ਉਹਨਾਂ ਦੇ ਵੀ ਕਿਤੇ ਨਾ ਕਿਤੇ ਕਿੰਤੂ ਪਰੰਤੂ ਹੋਏਗੀ। ਕੁੜੀਆਂ ਉੱਥੇ ਵੀ ਇਹ ਗੱਲਾਂ ਕਰਨਗੀਆਂ ਜਿਸ ਤਰ੍ਹਾਂ ਇਹ ਕੁੜੀ ਸਾਨੂੰ ਆ ਕੇ ਕਰਦੀ ਸੀ, ਹੈ ਨਾ। ਤੇ ਉਹ ਚੀਜ਼ਾਂ ਨੂੰ ਸੋਚਦੇ ਹੋਏ ਉਹਨਾਂ ਨੇ ਕਿਹਾ ਕਿ ਨਹੀਂ, ਬੇਸ਼ੱਕ ਇਹ ਸਾਡੀ ਕਮਿਊਨਿਟੀ ਦਾ, ਪਰ ਜਿਹੜੇ ਬੰਦੇ ਦੀ ਗਲਤੀ ਹੈ, ਜਿਹੜਾ ਗਲਤ ਹੈ ਉਹ ਗਲਤ ਹੈ, ਬਿਨਾਂ ਕਿਸੇ ਧਰਮ ਦੇ ਆਧਾਰ ਤੇ ਉਹਨਾਂ ਨੇ ਜੋ ਸਖਤੀ ਨਾਲ ਜੋ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਨੇ, ਉਹਨਾਂ ਤੇ ਅਸੀਂ ਅੱਗੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਪਰਚਾ ਜਿਹੜਾ ਹੈ ਬਾਅਦ ਚੋਂ ਕੀਤਾ। ਔਰ ਇਹ ਬਿਲਕੁਲ ਨਹੀਂ ਹੈ ਕਿ ਧਰਮ ਦੇ ਆਧਾਰ ਦੇ ਉੱਤੇ ਜਾਂ ਕਿਸੇ ਵੀ ਹੈ। ਮਾਂ ਤੇ ਦੇਖੋ ਮਾਂ ਹੀ ਹੁੰਦੀ ਹੈ। ਹੁਣ ਅੱਜ ਉਹਦੀ ਮਾਂ ਕਿੱਥੋਂ ਚੱਲ ਕੇ ਆਈ ਹੈ ਲਖਨਊ ਤੋਂ ਇਨਸਾਫ ਵਾਸਤੇ, ਔਰ ਉਹਦੀ ਕੁੜੀ ਵੀ ਇਨਸਾਫ ਲਈ ਇੱਥੇ ਆਈ ਸੀ। ਉਹ ਤੇ ਕੁਝ ਅਜਿਹੇ ਹਾਲਾਤ ਬਣ ਗਏ ਕਿ ਉਹ ਛੇਤੀ ਦਿਲ ਛੱਡ ਗਈ ਔਰ ਉਹ ਇਸੇ ਹੀ ਅੰਮ੍ਰਿਤਸਰ ਦੀ ਧਰਤੀ 'ਚ ਹੀ ਉਹਦਾ ਕ੍ਰੀਮੇਸ਼ਨ ਕੀਤਾ ਗਿਆ, ਉਹ ਇੱਥੇ ਹੀ ਦਫਨ ਹੋ ਗਈ। ਔਰ ਅੱਜ ਉਹਦੀ ਮਦਰ ਆਈ ਹੈ ਇਨਸਾਫ ਲਈ, ਤੇ ਅਸੀਂ ਇਹ ਥੋੜੀ ਦੇਖਾਂਗੇ ਕਿ ਇਹਨਾਂ ਦਾ ਧਰਮ ਨਹੀਂ ਹੈ ਜਾਂ ਕੁਛ ਹੈ। ਇਨਸਾਫ ਤਾਂ ਇਨਸਾਫ ਹੈ, ਨਿਆਂ ਹੈ, ਇਹ ਧਰਮ ਜਾਤੀ ਤੋਂ ਉੱਤੇ ਉੱਠ ਕੇ ਹੀ ਹੋਣਾ ਚਾਹੀਦਾ ਹੈ। ਅੱਛਾ, ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਘਟਨਾ ਹੁੰਦੀ ਆ, ਜੋ ਦਲਿਤ ਪਰਿਵਾਰ ਨਾਲ ਸੰਬੰਧਿਤ ਲੜਕੀ ਆ, ਉਹ ਸੁਸਾਈਡ ਕਰਦੀ ਹੈ, MBBS ਕਰ ਰਹੀ ਹੁੰਦੀ ਹੈ, ਜੋ ਉਹਦੇ ਨਾਲ ਵਿਤਕਰਾ ਕੀਤਾ ਜਾਂਦਾ, ਉਹਨੂੰ ਆਖਿਆ ਜਾਂਦਾ ਕਿ ਤੁਹਾਡੀ ਔਕਾਤ ਨਹੀਂ ਹੈ ਡਾਕਟਰ ਬਣਨ ਦੀ, ਇਹ ਤੁਹਾਡੇ ਹੋਵੇਗਾ ਧਿਆਨ ਦੇ ਵਿੱਚ ਮਾਮਲਾ ਅੰਮ੍ਰਿਤਸਰ ਦਾ ਹੀ ਆ, ਹੈ ਨਾ। ਇਹ ਮਤਲਬ ਟਾਰਗੇਟ ਕੀਤਾ ਜਾਂਦਾ ਜਾਤੀਆਂ ਨੂੰ ਲੈ ਕੇ ਕਿ ਤੁਸੀਂ ਇਹ ਨਹੀਂ ਬਣ ਸਕਦੇ, ਉਹ ਨਹੀਂ ਬਣ ਸਕਦੇ, ਮਤਲਬ ਉਹ ਸਟਾਫ ਦੇ ਵੱਲੋਂ ਵੀ, ਕਾਲਜ ਦੇ ਵੱਲੋਂ ਵੀ ਉਹਨੂੰ ਆਖਿਆ ਜਾਂਦਾ ਸੀ ਵੀ ਇਹ ਕੀ ਹੈ ਸਮਾਜ, ਮਤਲਬ ਅੱਜ ਕੀ ਸੋਚਦੇ ਹੋ ਇਹਦੇ ਬਾਰੇ? ਦੇਖੋ, ਇਤਰਾਜ਼ਦੀ ਹੈ ਸਾਡੇ ਸਮਾਜ ਦੀ। ਕਿੱਥੇ ਦਾ ਕੁਝ ਦਿਨ ਪਹਿਲਾਂ ਤੁਹਾਨੂੰ ਯਾਦ ਹੋਏਗਾ, ਦੇਸ਼ ਦੀ ਰਾਸ਼ਟਰਪਤੀ ਪ੍ਰੈਜ਼ੀਡੈਂਟ ਹੈ, ਉਹ ਇੱਕ ਔਰਤ ਹੈ, ਔਰ ਉਹ ਕਿਹੜੇ ਕਬੀਲੇ ਤੋਂ ਕਿਸ ਉਹਦੇ ਨਾਲ ਉਹ ਸੰਬੰਧਿਤ ਨੇ ਸਾਨੂੰ ਸਭ ਨੂੰ ਪਤਾ ਹੈ। ਉਹ ਅੱਜ ਪੂਰੇ ਦੇਸ਼ ਦੇ ਸਰਵੋੱਚ ਜਿਹਨੂੰ ਸੀਟ ਕਹਿੰਦੇ ਆ ਉਹਦੇ ਤੇ ਬੈਠੇ ਨੇ, ਔਰ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਜਿਹੀਆਂ ਟਿੱਪਣੀਆਂ ਕਰਨ ਲੱਗਿਆ। ਕਿੰਨੀਆਂ ਔਰਤਾਂ ਨੇ ਜਿਹੜੀਆਂ ਆਪਣੀ ਕਾਬਲੀਅਤ ਦੇ ਦਮ ਤੇ, ਆਪਣੇ ਖੁਦ ਦੇ, ਆਪਣੇ ਜਿਸ ਤਰੀਕੇ ਨਾਲ ਉਹ ਅੱਗੇ ਲਾਈਫ 'ਚ ਵਧਣਾ ਚਾਹੁੰਦੀਆਂ ਨੇ, ਆਪਣੀ ਮਿਹਨਤ ਕਰਦੀਆਂ ਨੇ, ਉਹਨਾਂ ਨੂੰ ਇਸ ਤਰੀਕੇ ਨਾਲ ਤੋਲਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਜਦ ਕੋਈ ਵੱਡੀ ਪੋਸਟ ਤੇ ਕੋਈ IPS IAS ਅਧਿਕਾਰੀ ਹੁੰਦਾ, ਉਹਨਾਂ ਨੂੰ ਸਲੂਟ ਵੱਜਦੇ ਨੇ, ਉਦੋਂ ਤਾਂ ਜਾਤੀ ਨਹੀਂ ਵੇਖੀ ਜਾਂਦੀ ਨਾ। ਇਹ ਕੁਝ ਲੋਕ ਜਿਹੜੇ ਹੈਗੇ ਨੇ ਜੋ ਜਾਣ ਬੁੱਝ ਕੇ ਅਜਿਹੀਆਂ ਗੱਲਾਂ ਕਰਦੇ ਨੇ, ਇਹਨਾਂ ਨੂੰ ਪਹਿਲਾਂ ਤਾਂ ਇਗਨੋਰ ਹੀ ਕਰੋ। ਜਦੋਂ ਆਪਾਂ ਇਹਨਾਂ ਦੀ ਗੱਲ ਵੀ ਕਰਦੇ ਆ, ਇਹਨਾਂ ਨੂੰ ਤੂਲ ਦਿੰਦੇ ਆ, ਇਹਨਾਂ ਦੀ ਗਿਣਤੀ ਵੱਧਦੀ ਹੈ। ਇਹ ਇਕੱਠੇ ਹੁੰਦੇ ਨੇ ਹੋਰ ਜ਼ਿਆਦਾ, ਜਿੰਨੇ ਵੀ ਹੁੰਦੇ ਸਗੋਂ ਹੋਰ ਇਕੱਠੇ ਹੋ ਜਾਂਦੇ ਨੇ। ਇਹ ਫਿਰ ਸਾਡੇ ਸਮਾਜ 'ਚ ਨਫ਼ਰਤ ਫੈਲਾਉਂਦੇ ਨੇ, ਖਾਸ ਕਰਕੇ
ਔਰਤਾਂ ਨੂੰ ਜਰਦੇ ਨਹੀਂ ਹੈ ਕਿ ਕੋਈ ਔਰਤ ਤਰੱਕੀ ਕਿਉਂ ਕਰ ਰਹੀ ਹੈ। ਜਿਵੇਂ ਅਕਸਰ ਆਖਿਆ ਜਾਂਦਾ ਵੀ ਜ਼ਮਾਨਾ ਹੁਣ ਉਹ ਨਹੀਂ ਰਿਹਾ, ਪਰ ਕਿਤੇ ਨਾ ਕਿਤੇ ਫਿਰ ਵੀ ਵਿਤਕਰਾ ਹੈ ਹਨਾ ਅੰਦਰ। ਵਿਤਕਰਾ ਹੈ। ਹੁਣ ਦੇਖੋ ਮੈਂ ਇੱਕ ਔਰਤ ਹੋਣ ਦੇ ਨਾਤੇ ਜੇ ਮੈਂ ਅੱਜ ਇਸ ਕੇਸ ਦੀ ਪੈਰਵਾਈ ਕਰ ਰਹੀ ਹਾਂ ਜਾਂ ਕੁਝ ਵੀ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਮੈਨੂੰ ਨਹੀਂ ਰੋਕਣ ਵਾਲੇ ਹੋਣਗੇ? ਮੈਨੂੰ ਨਹੀਂ ਕਿਹਾ ਜਾ ਰਿਹਾ ਹੋਗਾ ਕਿ ਤੁਸੀਂ ਕਿਉਂ ਕਰ ਰਹੇ ਹੋ? ਬਹੁਤ ਗੱਲਾਂ ਹੁੰਦੀਆਂ ਨੇ। ਮਨ ਦੇ ਵਿੱਚ ਡਰ ਹੈ? ਨਹੀਂ, ਬਿਲਕੁਲ ਨਹੀਂ। ਜੇ ਡਰ ਹੁੰਦਾ ਮੈਂ ਇਸ ਚੀਜ਼ 'ਚ ਪਹਿਲੇ ਦਿਨ ਤੋਂ ਹੀ ਨਹੀਂ ਸੀ ਮੈਂ ਅੱਗੇ ਆਣਾ। ਵਾਹਿਗੁਰੂ ਦਾ ਓਟ ਆਸਰਾ ਲੈ ਕੇ ਔਰ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮ ਲੱਗ ਜੇ ਤਾਂ ਫਿਰ ਪਰਮਾਤਮਾ ਤੁਹਾਡੇ ਨਾਲ ਹੀ ਹੈ ਤੇ ਮੈਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਹੈ। ਬਟ ਮੈਂ ਆਮ ਦੁਨੀਆ 'ਚ ਦੱਸ ਰਹੀ ਹਾਂ ਕਿ ਜਿਹੜੀਆਂ ਆਮ ਕੁੜੀਆਂ ਨੇ ਉਹ ਕਿਸ ਚੀਜ਼ 'ਚੋਂ ਗੁਜ਼ਰਦੀਆਂ ਹੋਣਗੀਆਂ ਕਿ ਇਹ ਬਹੁਤ ਸਮਾਜ ਦਾ ਵਿਤਕਰਾ ਜਿਹੜਾ ਇਹ ਬੰਦ ਹੋਣਾ ਚਾਹੀਦਾ। ਇਹਨਾਂ ਨੂੰ ਇਗਨੋਰ ਕਰੋ ਜੇ ਲੋਕਾਂ ਨੂੰ ਜੋ ਇਸ ਤਰੀਕੇ ਦੀਆਂ ਗੱਲਾਂ ਕਰਦੇ ਨੇ। ਅੱਛਾ, ਆਖਰ ਦੇ ਵੱਲ ਵਧਾਂਗੇ ਵੀ ਜਿਹੜੀ ਆਪਣੀ ਸਿੱਖਾਂ ਦੀ ਬਦਨਾਮੀ ਕਿਤੇ ਨਾ ਕਿਤੇ ਹੋਈ ਆ, ਕਮੈਂਟ ਆਏ ਉਹਦੇ ਵਿੱਚ ਅਕਾਲ ਤਖਤ ਨੂੰ ਵੀ ਮਾੜਾ ਆਖਿਆ ਗਿਆ ਕਿ ਜੀ ਦੇਖੋ ਸਭ ਤੋਂ ਵੱਡੀ ਮਤਲਬ ਜਿੱਥੇ ਫੈਸਲੇ ਹੁੰਦੇ ਆ ਸਿੱਖਾਂ ਦੇ ਉੱਥੇ ਲੜਕੀ ਗਈ ਉਹਨੂੰ ਇਨਸਾਫ ਨਹੀਂ ਮਿਲਿਆ ਹਨਾ। ਉਸ ਤੋਂ ਬਾਅਦ ਆਖਿਆ ਗਿਆ ਵੀ ਸਿੱਖ ਤਾਂ ਅਜਿਹੇ ਹੁੰਦੇ ਆ ਜਿਹੜੇ ਹੋਰ ਧਰਮਾਂ ਦੇ ਲੋਕ ਨੇ, ਚਾਹੇ ਉਹਨੂੰ ਨਹੀਂ ਪਤਾ ਫਿਰ ਵੀ ਉਹ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇਹ ਤਸਵੀਰ ਗਈ ਸਿੱਖਾਂ ਦੀ ਤੇ ਸਿੱਖ ਇਦਾਂ ਦੇ ਕਰਦੇ ਆ। ਉਹਨਾਂ ਲੋਕਾਂ ਨੂੰ ਆਖਰ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਵੱਲੋਂ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਅਜਿਹੇ ਲੋਕਾਂ ਨੂੰ ਮੈਂ ਕੀ ਸੁਨੇਹਾ ਦੇਵਾਂ ਜਿਹੜੇ ਸੋਚ ਹੀ ਇਹ ਰੱਖਦੇ ਨੇ, ਜਿਹੜੇ ਸੋਚ ਚੁੱਕੇ ਨੇ ਕਿ ਉਹਨਾਂ ਨੇ ਇਸ ਤਰੀਕੇ ਨਾਲ ਹੀ ਮਤਲਬ ਇਹ ਬੁਰਾ ਭਲਾ ਕਹਿਣ ਦਾ, ਜਿਨ੍ਹਾਂ ਨੂੰ ਜਿਵੇਂ ਆਪਾਂ ਕਹੀਏ ਕਿ ਠੇਕਾ ਹੀ ਲੈ ਰੱਖਿਆ ਹੁੰਦਾ ਹੈ, ਉਹਨਾਂ ਤੁਸੀਂ ਜਿੰਨਾ ਮਰਜ਼ੀ ਸਮਝਾ ਦਿਓ ਉਹਨਾਂ ਨੇ ਸਮਝਣਾ ਨਹੀਂ ਹੈ। ਤੁਸੀਂ ਇੱਕ ਜਵਾਬ ਦਿਓਗੇ ਉਹ 10 ਸਵਾਲ ਉਸ ਜਵਾਬ ਚੋਂ ਕੱਢਣਗੇ, ਫਿਰ ਤੁਸੀਂ ਉਹਨਾਂ ਦੇ ਜਵਾਬ ਦਿਓਗੇ ਉਹਨਾਂ ਚੋਂ ਵੀ ਸਵਾਲ ਕੱਢਣਗੇ, ਬਿਕੋਜ਼ ਉਹ ਸਮਝਣਾ ਹੀ ਨਹੀਂ ਚਾਹੁੰਦੇ। ਉਹਨਾਂ ਦਾ ਇੱਕ ਪ੍ਰੋਗਰਾਮਿੰਗ ਜਿਹੜੀ ਹੋ ਚੁੱਕੀ ਹੁੰਦੀ ਹੈ ਨਾ ਬ੍ਰੇਨ ਦੀ, ਉਹ ਇਸ ਤਰੀਕੇ ਨਾਲ ਹੈ ਕਿ ਇਹ ਚੀਜ਼ ਨੂੰ ਅਸੀਂ ਟਾਰਗੇਟ ਕਰਨਾ ਹੀ ਕਰਨਾ ਹੈ, ਹਰ ਹਾਲਾਤ 'ਚ ਕਰਨਾ ਹੈ। ਔਰ ਕਿੰਨੀ ਸ਼ਰਮਨਾਕ ਗੱਲ ਹੈ ਕਿ ਤੁਸੀਂ ਖੁਦ ਆਪਣੀ ਕਮਿਊਨਿਟੀ ਦੇ ਲੋਕ ਆਪਣੇ ਸਰਵੋੱਚ ਤਖਤ ਨੂੰ ਜੇ ਇਸ ਤਰੀਕੇ ਨਾਲ ਕਹਿਣਗੇ ਤੇ ਇਹ ਕਿੰਨੀ ਮਾੜੀ ਗੱਲ ਹੈ ਸਾਡੇ ਵਾਸਤੇ। ਜੇ ਤੁਸੀਂ ਇੰਨੀ ਗੱਲ ਕਹੋਗੇ ਫਿਰ ਬਾਕੀਆਂ ਨੂੰ ਤਾਂ ਕਹਿਣ ਦਾ ਮੌਕਾ ਤੁਸੀਂ ਖੁਦ ਦੇ ਰਹੇ ਹੋ। ਇਹ ਬਹੁਤ ਗਲਤ ਗੱਲ ਹੈ, ਇਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ। ਅੱਜ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਜਿਹੜਾ ਬੰਦਾ ਜਿਹਨੂੰ ਕੁਝ ਪਤਾ ਹੀ ਨਹੀਂ ਹੈ ਧਰਮ ਦਾ, ਜਿਹੜਾ ਕਦੀ ਮੈਂ ਕਹਾਂਗੀ ਪਾਠ ਵੀ ਨਹੀਂ ਕਰਦਾ ਹੋਏਗਾ, ਉਹ ਬੰਦਾ ਵੀ ਸਵੇਰੇ ਉੱਠ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਿਸੇ ਨੂੰ ਕੋਈ ਗਲਤ ਟਿੱਪਣੀਆਂ ਕਰਦੇ ਨੇ, ਤੁਹਾਨੂੰ ਪਤਾ ਹੀ ਹੈ। ਔਰ ਕਿਸ ਤਰੀਕੇ ਦੇ ਨਾਲ ਸਾਡੇ ਆਪਣੇ ਧਰਮ ਨੂੰ ਹੀ ਬੁਰਾ ਭਲਾ ਕਹੀ ਜਾ ਰਹੇ ਨੇ। ਉਹਨਾਂ ਨੂੰ ਇਹ ਅਵੇਅਰ ਨਹੀਂ ਹੈ ਕਿ ਉਹ ਕਿੱਡਾ ਮਤਲਬ ਇਹ ਇਹੋ ਜਿਹਾ ਨੈਰੇਟਿਵ ਸਿਰਜ ਰਹੇ ਨੇ ਜਿਹੜਾ ਆਪਣੇ ਪੰਥ ਵਿਰੋਧੀ ਤਾਕਤਾਂ ਨੇ ਉਸ ਦਾ ਫਾਇਦਾ ਚੁੱਕਣਗੀਆਂ ਕੱਲ ਨੂੰ। ਇਹਨਾਂ ਨੂੰ ਜਾਂ ਇਹਨਾਂ ਦੀ ਅਨਪੜ੍ਹਤਾ ਹੈ ਇਸ ਧਰਮ ਪ੍ਰਤੀ ਕਿ ਇਹਨਾਂ ਨੂੰ ਧਰਮ ਦਾ ਗਿਆਨ ਹੀ ਨਹੀਂ ਹੈ। ਉਹ ਲੋਕ ਜਿਹੜੇ ਨੇ ਅਜਿਹੀਆਂ ਗੱਲਾਂ ਕਰਦੇ ਨੇ, ਇਹਨਾਂ ਨੂੰ ਬਚਣਾ ਚਾਹੀਦਾ ਹੈ। ਕਿਉਂਕਿ ਜੇ ਤੁਸੀਂ ਆਪਣੇ ਘਰ 'ਚ ਆਪਣਿਆਂ ਨੂੰ ਹੀ ਭੰਡ ਰਹੇ ਹੋ ਤਾਂ ਤੁਸੀਂ ਫਿਰ ਬਾਹਰ ਦਿਆਂ ਤੋਂ ਕੀ ਉਮੀਦ ਕਰੋਗੇ? ਉਹਨਾਂ ਨੂੰ ਤਾਂ ਮੌਕਾ ਚਾਹੀਦਾ ਹੈ ਨਾ, ਇਹ ਨਹੀਂ ਕਰਨਾ ਚਾਹੀਦਾ। ਤੁਸੀਂ ਦੇਖੋ ਕਦੀ ਵੀ ਇਸਲਾਮ ਦੇ ਵਿੱਚ ਦੇਖ ਲਓ, ਕਦੀ ਨਹੀਂ ਉਹ ਆਪਣੇ ਨੂੰ ਭੰਡਦੇ ਔਰ ਨਾ ਭੰਡਣ ਦਿੰਦੇ ਹੈ। ਇਹ ਕਿੰਨੀ ਸੋਹਣੀ ਚੀਜ਼ ਹੈ। ਔਰ ਕਿਸੇ ਹੋਰ ਰਿਲੀਜਨ 'ਚ ਵੀ ਦੇਖ ਲਓ, ਇਹ ਸਾਡੇ ਸਿੱਖਾਂ 'ਚ ਹੀ ਕਿਉਂ ਹੁੰਦਾ ਹੈ? ਇਹ ਸੋਚਣ ਵਾਲੀ ਗੱਲ ਹੈ ਸਾਰਿਆਂ ਵਾਸਤੇ ਕਿ ਇਹ ਆਪਣੇ 'ਚ ਹੀ ਕਿਉਂ ਆ ਇਹ ਗੱਲ। ਇਹ ਬੜਾ ਇੱਕ ਸੋਚਣ ਦਾ ਵਿਸ਼ਾ ਹੈ। ਇਹਨਾਂ ਨੂੰ ਸੋਚਣਾ ਜ਼ਰੂਰ ਚਾਹੀਦਾ ਇਸ ਚੀਜ਼ ਤੇ। ਜਿਹੜੇ ਲੋਕ ਸੱਚਮੁੱਚ ਮਤਲਬ ਕੁਝ ਹੁੰਦੇ ਨੇ, ਸ਼ਰਾਰਤੀ ਅੰਸਰ ਹੁੰਦੇ ਨੇ, ਗਲਤ ਨੇ, ਮਤਲਬ ਉਹਨਾਂ ਨੂੰ ਵੀ ਸੋਚਣ ਦੀ ਲੋੜ ਆ, ਵੀ ਬਦਲਣ ਦੀ ਲੋੜ ਆ, ਸੋਚ ਬਦਲਣ ਦੀ ਲੋੜ ਆ, ਖੁਦ ਨੂੰ ਬਦਲਣ ਦੀ ਲੋੜ ਆ ਕਿਤੇ ਨਾ ਕਿਤੇ। ਦੇਖੋ ਲੋੜ ਤਾਂ ਹੈ, ਇਹ ਇਹਨਾਂ ਦਾ ਹੀ ਕੰਮ ਹੈ ਤੇ ਇਹ ਜਦ ਬਦਲਣਗੇ ਲੋਕਾਂ ਦੇ ਖਾਤਰ ਮਤਲਬ ਸਾਰੀ ਕਮਿਊਨਿਟੀ ਨੂੰ ਬਦਨਾਮ ਹੋਣਾ ਪੈਂਦਾ ਹੈ। ਬਿਲਕੁਲ ਬਿਲਕੁਲ। ਹੁਣ ਤੁਸੀਂ ਦੇਖੋ ਉਹਨਾਂ ਦੇ ਵੱਲੋਂ ਕੋਈ ਐਜ਼ ਸੱਚ ਕੋਈ ਸਪੋਕਸ ਪਰਸਨ ਤਾਂ ਹੈ ਨਹੀਂ, ਪੂਰੇ ਪੰਥ ਵੱਲੋਂ ਸਾਰੇ ਜਿਹੜੇ ਸਿੱਖ ਨੇ ਨਾ ਉਹੀ ਸਪੋਕਸ ਪਰਸਨ ਨੇ। ਸਾਡੇ ਸਿੱਖਾਂ ਦਾ ਕੋਈ ਇੱਕ ਸਪੋਕਸ ਪਰਸਨ ਨਹੀਂ ਆਪਾਂ ਬਣਾ ਸਕਦੇ ਜਿਹੜਾ ਇਹੋ ਜਿਹੇ ਬੰਦਿਆਂ ਦੇ ਜਵਾਬ ਦੇਵੇ। ਅਸੀਂ ਹੀ ਦੇਣੇ ਆ, ਅਸੀਂ ਖੁਦ ਬੀਇੰਗ ਅ ਸਿੱਖ, ਅਸੀਂ ਕਮਿਊਨਿਟੀ ਨੇ ਹੀ ਜਵਾਬ ਦੇਣੇ ਨੇ ਇਹੋ ਜਿਹੇ ਅਨਸਰਾਂ ਨੂੰ। ਇਹ ਆਪਣਾ ਫਰਜ਼ ਸਮਝਣਾ ਚਾਹੀਦਾ, ਕਿਸੇ ਇੱਕ ਬੰਦੇ ਦੀ ਉਡੀਕ ਨਹੀਂ ਕਰਨੀ ਚਾਹੀਦੀ ਕੋਈ ਆ ਕੇ ਜਵਾਬ ਦੇ। ਤੁਸੀਂ ਸਿੱਖੋ, ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋ, ਤੁਸੀਂ ਜਵਾਬ ਦਿਓ ਇਹੋ ਜਿਹੇ ਲੋਕਾਂ ਨੂੰ, ਨਾ ਕਿ ਉਹਨਾਂ ਦੇ ਤਮਾਸ਼ਾ ਦੇਖੋ। ਇੱਥੇ ਵੀ ਇਸ ਕੇਸ 'ਚ ਵੀ ਮੈਂ ਦੇਖਿਆ ਕਮੈਂਟਸ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਕਹਿੰਦੇ ਇਨਸਾਫ ਨਹੀਂ ਹੋਇਆ। ਲੋਕਾਂ ਨੂੰ ਪੂਰਾ ਮੈਟਰ ਹੀ ਨਹੀਂ ਪਤਾ ਕਿ ਕੀ ਗੱਲ ਹੈ, ਕੀ ਬਾਤ ਹੈ, ਕਿਸ ਤਰੀਕੇ ਨਾਲ ਚੱਲਿਆ ਜਾਂਦਾ ਹੈ। ਹੁਣ ਕਾਨੂੰਨ ਜਿਹੜਾ ਹੈ, ਇੱਕ ਜਿਹੜਾ ਪੁਲਿਸ ਪ੍ਰਸ਼ਾਸਨ ਹੈ, ਇਹ ਅਕਾਲ ਤਖਤ ਸਾਹਿਬ ਜੀ ਦੇ ਉਹਦੇ 'ਚ ਤਾਂ ਨਹੀਂ ਆਉਂਦਾ ਨਾ, ਜੂਰੀਡਿਕਸ਼ਨ 'ਚ ਜਾਂ ਉਹਨਾਂ ਦੇ ਉਹਦੇ 'ਚ। ਇਹ ਤਾਂ ਇੱਕ ਵੱਖਰਾ ਆਪਣਾ ਸੰਵਿਧਾਨ ਦਾ ਪਾਰਟ ਹੈ। ਉਹ ਪਾਰਟ ਜਿਹੜਾ ਹੈ ਉਹ ਕਾਨੂੰਨ ਨੇ ਪਲੇ ਕਰਨਾ ਹੈ। ਜਿਹੜਾ ਉਹਨਾਂ ਦਾ ਪਾਰਟ ਸੀਗਾ ਉਹਨਾਂ ਨੇ ਪਲੇ ਕਰ ਦਿੱਤਾ ਹੈ, ਅਸੀਂ ਪਰਚਾ ਦਰਜ ਕਰਵਾ ਦਿੱਤਾ ਹੈ। ਉਸ ਤੋਂ ਬਾਅਦ ਕਾਨੂੰਨ ਦਾ ਹੈ। ਇਹ ਤੁਸੀਂ ਸਰਕਾਰ ਨੂੰ ਕਹੋ, ਪੁਲਿਸ ਪ੍ਰਸ਼ਾਸਨ ਨੂੰ ਕਹੋ, ਜਾਂ ਫਿਰ ਆਪਣਾ ਉਹਨਾਂ ਲੋਕਾਂ ਨੂੰ ਕਹੋ ਜੋ ਇਹਨਾਂ ਦੇ ਜ਼ਿੰਮੇਦਾਰ ਨੇ। ਤੁਸੀਂ ਉਹਨਾਂ ਨੂੰ ਟਾਰਗੇਟ ਕਰ ਰਹੇ ਹੋ ਜੋ ਉਹਨਾਂ ਦੀ ਲੜਾਈ ਅੱਗੇ ਹੋ ਕੇ ਲੜ ਰਹੇ ਨੇ। ਇਹ ਕਿੰਨੀ ਸ਼ਰਮਨਾਕ ਗੱਲ ਹੈ। ਮੈਂ ਇਹਨਾਂ ਜਿਨ੍ਹਾਂ ਨੇ ਵੀ ਇਹ ਕਮੈਂਟਸ ਕੀਤੇ ਨੇ ਉਹਨਾਂ ਲਈ ਜਵਾਬ ਹੈ ਕਿ ਪਹਿਲਾਂ ਪੂਰਾ ਮਸਲਾ ਜਾਣ ਲਿਆ ਕਰੋ। ਇਸ ਤਰੀਕੇ ਨਾਲ ਕਿਸੇ ਦਾ ਤੁਹਾਡੀ ਇੱਕ ਟਿੱਪਣੀ ਕਰ ਦਿੰਦੇ ਹੋ ਜਦੋਂ ਤੁਸੀਂ, ਉਹ ਸਾਰੀ ਅਗਲੇ ਦੀ ਮਿਹਨਤ ਜਿਹੜੀ ਹੈ ਮਿੱਟੀ ਹੋ ਜਾਂਦੀ ਹੈ। ਔਰ ਜੇ ਕੋਈ ਅੱਗੇ ਆ ਕੇ ਲੜ ਰਿਹਾ ਹੁੰਦਾ ਉਹ ਵੀ ਹਿੰਮਤ ਹਾਰ ਜਾਂਦਾ ਹੈ ਕਿ ਮੈਂ ਕੀ ਖੱਟਿਆ, ਮੈਨੂੰ ਤਾਂ ਬਦਨਾਮੀ ਹੀ ਮਿਲ ਰਹੀ ਹੈ। ਮੈਂ ਆਪ ਦਾ ਸਾਰਾ ਕੁਝ
ਦਾਅ ਤੇ ਲਾ ਕੇ ਅੱਗੇ ਆ ਰਿਹਾ ਇਸ ਲੜਾਈ ਦੇ ਵਿੱਚ, ਜਦ ਕਿ ਤੁਸੀਂ ਸਿਰਫ ਟਿੱਪਣੀਆਂ ਕਰਨ ਜੋਗੇ ਹੋ। ਤੁਸੀਂ ਆ ਕੇ ਸੜਕਾਂ ਤੇ ਉਤਰੋ, ਫਿਰ ਤੁਸੀਂ ਪ੍ਰੋਟੈਸਟ ਕਰੋ, ਤੁਸੀਂ ਇਨਸਾਫ ਮੰਗੋ, ਸਾਡੇ ਨਾਲ ਆ ਕੇ ਖੜੋ, ਸਾਨੂੰ ਪੁੱਛੋ ਜੇ ਕਿਤੇ ਲੋੜ ਹੈ ਜੀ ਸਾਡੀ ਵੀ ਅਸੀਂ ਤੁਹਾਡੀ ਮਦਦ ਕਰਦੇ ਹਾਂ। ਸਾਨੂੰ ਇਹ ਤਾਂ ਫੋਨ ਨਹੀਂ ਆਉਂਦੇ ਵੀ ਅੱਗੇ ਅਸੀਂ ਆਨੇ ਆ, ਇਹ ਫੋਨ ਆਣਗੇ ਤੁਸੀਂ ਕੁਝ ਕਰਿਆ ਨਹੀਂ, ਐ ਹੋ ਗਿਆ ਉਹ ਹੋ ਗਿਆ, ਔਰ ਉਦੋਂ ਉਹਨਾਂ ਨੂੰ ਕੁਝ ਪਤਾ ਵੀ ਨਹੀਂ ਹੁੰਦਾ ਕਿਸੇ ਗੱਲ ਦਾ। ਇਸ ਕਰਕੇ ਇਹ ਲੋਕ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਆ, ਪਲੀਜ਼ ਮੇਰੀ ਹੱਥ ਬੰਨ ਕੇ ਬੇਨਤੀ ਹੈ ਅਜਿਹਾ ਨਾ ਕਰੋ। ਜੇ ਕੋਈ ਅੱਗੇ ਆ ਕੇ ਕਿਸੇ ਲਈ ਬੋਲਦਾ ਹੈ ਤੇ ਉਹਨੂੰ ਹੌਸਲਾ ਦਿਓ, ਉਹਦਾ ਹੌਸਲਾ ਤੋੜੋ ਨਾ। ਤੁਸੀਂ ਮਤਲਬ ਹੁਣ ਆਖਰ ਤੱਕ ਪਰਿਵਾਰ ਦਾ ਸਾਥ ਦਿਓਗੇ ਉਹਨਾਂ ਦਾ? ਬਿਲਕੁਲ ਬਿਲਕੁਲ ਜੀ, ਉਹਨਾਂ ਦਾ ਮੈਂ ਪੂਰਾ ਸਾਥ ਦਵਾਂਗੀ। ਜਦ ਤੱਕ ਇਨਸਾਫ ਨਹੀਂ ਮਿਲ ਜਾਂਦਾ, ਦੋਸ਼ੀ ਅਰੈਸਟ ਨਹੀਂ ਹੋ ਜਾਂਦੇ, ਜਾਂ ਜੋ ਵੀ ਪਰਿਵਾਰ ਦੀ ਮੰਗ ਹੈ ਉਹ ਸੈਟੀਸਫਾਈਡ ਨਹੀਂ ਹੋ ਜਾਂਦੇ, ਮੈਂ ਹਰ ਦਮ ਉਹਨਾਂ ਦੇ ਨਾਲ ਖੜੀ ਹਾਂ। ਵੈਸੇ ਵੀ ਇੱਕ ਜਿਵੇਂ ਕਹਿ ਲਓ ਕਿ ਇਮੋਸ਼ਨਲੀ ਵੀ ਉਹਨਾਂ ਦੇ ਮੈਂ ਸਪੋਰਟ ਹਾਂ, ਕਿ ਉਹਦੀ ਮਦਰ ਹੈ ਜਿਸ ਤਰੀਕੇ ਨਾਲ ਉਹ ਮੇਰੇ ਨਾਲ ਗੱਲਾਂ ਕਰਦੇ ਨੇ ਉਹਨਾਂ ਦੀ ਬੇਟੀ ਜਾਣ ਤੋਂ ਬਾਅਦ, ਉਹ ਮੈਂ ਉਹਨਾਂ ਨੂੰ ਉਸ ਤਰੀਕੇ ਨਾਲ ਵੀ ਇਮੋਸ਼ਨਲ ਸਪੋਰਟ ਵੀ ਕਰ ਰਹੀ ਹਾਂ, ਔਰ ਜਿੱਥੇ ਬਾਕੀ ਸਪੋਰਟ ਦੀ ਲੋੜ ਹੈ ਇਨਸਾਫ ਲਈ, ਮੈਂ ਉੱਥੇ ਨਾਲ ਖੜੀ ਹਾਂ। ਔਰ ਪੂਰਾ ਸਾਡਾ ਜਿੰਨੀ ਵੀ ਕਮੇਟੀ ਹੈ, ਜੋ ਵੀ ਸਾਡਾ ਸਿਸਟਮ ਹੈ, ਸਾਰਾ ਉਹਨਾਂ ਦੇ ਨਾਲ, ਉਹਨਾਂ ਦੀ ਸਪੋਰਟ 'ਚ। ਕੀ ਲੱਗਦਾ ਹੋਰਾਂ ਲੋਕਾਂ ਨੂੰ, ਜਿਨ੍ਹਾਂ ਦੇ ਮਤਲਬ ਜੋ ਅਜਿਹੇ ਲੋਕ ਨੇ, ਉਹਨਾਂ ਨੂੰ ਫਰਕ ਪਊਗਾ ਵੀ ਜੋ ਹੋਰ ਅਜਿਹੀਆਂ ਗਲਤੀਆਂ ਨਾ ਕਰ ਸਕਣ? ਦੇਖੋ, ਮੈਂ ਇਹ ਆਪਣੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਵੀ ਇਹ ਰਿਕੁਐਸਟ ਕਰਦੀ ਹਾਂ ਕਿ ਪਹਿਲੀ ਗੱਲ ਤਾਂ ਸੁਸਾਈਡ ਵਰਗਾ ਥਾਟ ਜਿਹੜਾ ਨਾ, ਤੁਸੀਂ ਜਿਹੜੀ ਸੈਂਚੁਰੀ 'ਚ ਅੱਜ ਜੀ ਰਹੇ ਹੋ ਨਾ, ਇੱਥੇ ਤਾਂ ਕਾਨੂੰਨੀ ਲੜਾਈ, ਫਾਈਟ ਕਰਨਾ, ਫਾਈਟ ਬੈਕ ਕਰਨਾ, ਅਜਿਹੇ ਸ਼ਬਦ ਵਰਤੇ ਜਾਂਦੇ ਆ। ਸੁਸਾਈਡ ਕਰਨ ਦੀਆਂ ਜਿਹੜੀਆਂ ਚੀਜ਼ਾਂ ਇਹ ਬਹੁਤ ਪਹਿਲਾਂ ਸੀ, ਹੁਣ ਤੁਸੀਂ ਇੰਨੇ ਕਮਜ਼ੋਰ ਨਹੀਂ ਹੋ, ਨਾ ਤੇ ਕੁੜੀਆਂ ਹੀ ਇੰਨੀਆਂ ਕਮਜ਼ੋਰ ਹੈ ਕਿ ਜਿਹੜੀਆਂ, ਉਹ ਗੱਲ ਵੱਖਰੀ ਹੈ ਕਿ ਜੇ ਤੁਸੀਂ ਇਮੋਸ਼ਨਲੀ ਕਮਜ਼ੋਰ ਹੋ ਤਾਂ ਉਹਦੇ ਲਈ ਕਿਸੇ ਦੀ ਹੈਲਪ ਲਓ, ਕਿਸੇ ਨਾਲ ਗੱਲਬਾਤ ਕਰੋ, ਕਾਉਂਸਲਿੰਗ ਕਰੋ। ਜੇ ਤੁਹਾਨੂੰ ਇਸ ਤਰੀਕੇ ਦੀ ਕੋਈ ਪ੍ਰੋਬਲਮ ਹੈ ਨਾ ਕਿ ਤੁਹਾਨੂੰ ਸੁਸਾਈਡਲ ਥਾਟ ਆਉਂਦੇ ਆ, ਤਾਂ ਤੁਸੀਂ ਇਹਨੂੰ ਇਮੋਸ਼ਨਲ ਲੈਵਲ ਤੇ ਹੈਂਡਲ ਕਰੋ, ਪਰ ਅਜਿਹਾ ਕੰਮ ਕਦੀ ਨਾ ਕਰੋ ਕਿ ਸੁਸਾਈਡ ਕਰਨ ਦੀ ਨੌਬਤ ਆ ਜਾਵੇ। ਉਸ ਤੋਂ ਪਹਿਲਾਂ ਹੈਲਪ ਜ਼ਰੂਰ ਮੰਗੋ। ਮੈਂ ਵੀ 24 ਘੰਟੇ ਇਸ ਚੀਜ਼ ਲਈ ਆ, ਜੇ ਤੁਹਾਡੇ ਮਾਧਿਅਮ ਨਾਲ ਜੇ ਕੋਈ ਤੁਹਾਨੂੰ ਫੋਨ ਕਰਦਾ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਇਸ ਵੀਡੀਓ ਤੋਂ ਬਾਅਦ ਜੇ ਤੁਹਾਨੂੰ ਕੋਈ ਫੋਨ ਆਣਗੇ, ਤੁਸੀਂ ਬੇਝਿਜਕ ਮੈਨੂੰ ਉਹਨਾਂ ਦੇ ਨਾਲ ਮੇਰੇ ਗੱਲ ਕਰਵਾਇਓ, ਅਸੀਂ ਉਹਨਾਂ ਦੀ ਕਾਉਂਸਲਿੰਗ ਕਰਾਂਗੀ। ਮੈਂ ਉਹਨਾਂ ਦੀ ਲੜਾਈ ਲੜਨ ਨੂੰ ਤਿਆਰ ਹਾਂ, ਪਰ ਸੁਸਾਈਡ ਕਿਸੇ ਵੀ ਮੁੱਦੇ ਦਾ ਜਿਹੜਾ ਹੈ ਹੱਲ ਨਹੀਂ ਹੈਗਾ। ਔਰ ਕੁੜੀਆਂ ਮੁੰਡਿਆਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਅੱਜ ਕੱਲ੍ਹ ਜਿਸ ਤਰੀਕੇ ਨਾਲ ਫਟਾਫਟ ਇੰਟਰਨੈਟ ਦਾ ਦੌਰ ਹੈ, ਇੰਟਰਨੈਟ 'ਤੇ ਦੋਸਤੀਆਂ ਹੋ ਜਾਂਦੀਆਂ ਨੇ, ਤੁਹਾਡੇ ਰਿਲੇਸ਼ਨਸ਼ਿਪਸ ਬਣ ਜਾਂਦੇ ਨੇ, ਫਿਰ ਇਸ ਤਰੀਕੇ ਨਾਲ ਬ੍ਰੇਕਅਪਸ ਹੁੰਦੇ ਨੇ, ਤੇ ਤੁਸੀਂ ਕਿਸ ਲੈਵਲ 'ਚ ਚਲੇ ਜਾਂਦੇ ਹੋ, ਤੁਹਾਡੀ ਮੈਂਟਲ ਹੈਲਥ ਵੀ ਵਿਗੜਦੀ ਹੈ। ਇਹਨਾਂ ਚੀਜ਼ਾਂ ਨੂੰ ਸੋਚ ਸਮਝ ਕੇ ਕਰੋ। ਮਾਂ ਪਿਓ ਜਿਹੜੇ ਹੈ ਇਹ ਨਹੀਂ ਮਿਲਦੇ, ਦੋਸਤ ਮਿੱਤਰ, ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਸੀਂ ਦੁਬਾਰਾ ਵੀ ਲਾਈਫ ਦੇ ਵਿੱਚ ਬਣਾ ਸਕਦੇ ਹੋ, ਪਰ ਮਾਂ ਪਿਓ ਤੋਂ ਉੱਤੇ ਕੁਛ ਨਹੀਂ ਆ। ਉਹਨਾਂ ਦਾ ਜ਼ਰੂਰ ਸੋਚੋ ਅਜਿਹਾ ਕਦਮ ਚੁੱਕਣ ਤੋਂ ਬਾਅਦ ਕਿ ਉਹ ਕਿਸ ਤਰੀਕੇ ਨਾਲ ਉਹ ਭਟਕਦੇ ਨੇ ਤੁਹਾਡੇ ਲਈ, ਇਹ ਨੌਬਤ ਹੀ ਨਾ ਆਣ ਦਿਓ। ਇਹੀ ਮੈਂ ਕਹਿਣਾ ਚਾਹਾਂਗੀ। ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ। ਜੀ, ਗੱਲਬਾਤ ਕੀਤੀ ਰੂਪ ਕੌਰ ਸੰਧੂ ਜੀ ਨਾਲ, ਜਿਨ੍ਹਾਂ ਆਖਿਆ ਕਿ ਜਿਹੜੇ ਲੋਕ ਨਿੰਦਦੇ ਨੇ, ਜੇਕਰ ਉਹ ਨਿੰਦਣ ਦੇ ਨਾਲੋਂ ਸਾਥ ਦਿੰਦੇ ਤਾਂ ਤਸਵੀਰ ਅੱਜ ਕੁਝ ਹੋਰ ਹੋਣੀ ਸੀ। ਪੂਰੇ ਸਿੱਖਾਂ ਨੂੰ ਪੂਰੀ ਦੁਨੀਆ ਦੇ ਵਿੱਚ ਬਦਨਾਮ ਕੀਤਾ ਗਿਆ। ਬਦਨਾਮ ਕਰਨ ਦੇ ਨਾਲੋਂ ਨਾਲ ਖੜਨ ਦੀ ਲੋੜ ਸੀ। ਤਾਂ ਇਹ ਉਹ ਪੰਜਾਬ ਦੀ ਧੀ ਹੈ ਜਿਹੜੀ ਖੁਦ ਖੜੀ ਹੈ ਪੂਰੇ ਪੰਜਾਬ ਨੂੰ ਇੱਕ ਪਾਸੇ ਰੱਖ ਕੇ, ਕਿਉਂਕਿ ਪੰਜਾਬ ਦੇ ਵਿੱਚ ਹੋਰ ਕੋਈ ਵੀ ਅਜਿਹਾ ਵਿਅਕਤੀ ਨਹੀਂ ਆ ਜੋ ਉਸ ਕੁੜੀ ਦੇ ਹੱਕ ਵਿੱਚ ਆਇਆ। ਤਾਂ ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਅੱਗੇ ਤੋਂ ਸੋਚਣ ਦੇ ਲਈ ਵਕਤ ਚਾਹੀਦਾ ਹੋਵੇਗਾ ਤਾਂ ਉਹ ਸੋਚਣ ਕਿ ਸੁਧਰਨ, ਜੇਕਰ ਨਹੀਂ ਤਾਂ ਉਹਨਾਂ ਦੀ ਮਰਜ਼ੀ ਆ। ਦੇਖਦੇ ਰਹੋ ਲੋਕਵਾਸ ਟੀਵੀ। ਧੰਨਵਾਦ।